ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਹੈ ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮਤ ਮੋਟੀ ਬੜ ਦੁਸ਼ਟ ਕੀ ਚਲ ਆਇਓ ਗੁਰ ਪਾਸ। ਹਿਰਦੇ ਰੋਸ ਖਦਿਓ ਤਜਿਮ ਸਮਤਾ ਚਹ ਸਪਤਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਇਆਨਿਧ ਸੁਆਮੀ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਤੇ ਹਾਜ਼ਰੀਆਂ ਭਰ ਰਹੇ जुड़ बैठी गुरु की साजी और निवाजी हुई गुरु का खास रूप गुरु खालसा साध संगत धनता दे पात्र हो। पूर्वले जन्मां दे कीते कोई चंगे कर्म अंकुरित होए हन फलीभूत होए हन जिस दा फल स्वरूप सतगुरां दे संगत दीआं घड़ियां दा अलाहा प्राप्त हो रहा है। मेरी पेरी दे मालक छेवें पातशाह श्री गुरु हरगोबिंद साहिब ਬਿਆਸ ਦਰਿਆ ਦੇ ਕੰਢੇ ਤੇ ਚਲਦਿਆਂ ਚਲਦਿਆਂ ਕੁੱਚੇ ਥੇ ਤੇ ਪਹੁੰਚੇ ਨੇ ਜਿੱਥੇ ਦਰਿਆ ਦੇ ਇੱਕ ਪਾਸੇ ਦੁਆਬਾ ਦੇਸ਼ ਹੈ ਔਰ ਦੂਸਰੇ ਪਾਸੇ ਮਾਝੇ ਦਾ ਇਲਾਕਾ ਹੈ। ਦੁਆਬੇ ਦੇਸ਼ ਵਾਲੀ ਜਗ੍ਹਾ ਨੀਵੀਂ ਹੈ ਤੇ ਮਾਝੇ ਦੇਸ਼ ਦੀ ਜਗ੍ਹਾ ਉੱਚੀ ਹੈ। ਸਤਿਗੁਰੂ ਜੀ ਦਰਿਆ ਪਾਰ ਕਰਕੇ ਮਾਝੇ ਵਾਲੇ ਪਾਸੇ ਆਏ ਹਨ ਜਿਸ ਦੇ ਕਿਨਾਰੇ ਤੇ ਉੱਚਾ ਥੇ ਹੈ। ਇੱਕ ਹਿੱਸੇ ਤੇ ਕੁਝ ਕੁ ਘਰ ਵਸਦੇ ਨੇ ਬਾਕੀ 3 ਹਿੱਸੇ ਉਸ ਥੇ ਦੇ ਉਜਾੜ ਵਿੱਚ ਨੇ। ਉੱਥੇ ਬੈਠ ਕੇ ਨਿਗਾਹ ਮਾਰੀ ਤੇ ਦਰਿਆ ਵਗਦਾ ਨਜ਼ਰ ਆਉਂਦਾ। ਬੜਾ ਸੁੰਦਰ ਰਮਣੀਕ ਇਲਾਕਾ ਹੈ। ਉੱਚਾ ਥਾਂ ਹੋਣ ਕਰਕੇ ਹਵਾ ਸੁੰਦਰ ਵਗਦੀ ਹੈ। ਬਾਬਾ ਬਿਧੀ ਚੰਦ ਸਾਹਿਬ ਨੂੰ ਸਤਿਗੁਰੂ ਜੀ ਕਹਿੰਦੇ ਬਿਧੀ ਚੰਦ ਸਾਹਿਬ ਸਾਡਾ ਚਿੱਤ ਕਰਦਾ ਕਿ ਇੱਥੇ ਨਗਰ ਵਸਾਈਏ ਸੁੰਦਰ। ਚਿੱਕੜ ਨਹੀਂ ਹੈ। ਚੁਮਾਸੇ ਦੇ ਦਿਨ ਕੱਟਣ ਵਾਸਤੇ ਨਗਰ ਬੜਾ ਸੁੰਦਰ ਹੋਏਗਾ। ਬਾਬਾ ਜੀ ਕਹਿਣ ਲੱਗੇ ਮਹਾਰਾਜ ਤੁਸੀਂ ਪਰਉਪਕਾਰੀ ਹੋ ਸਦਾ ਪਰਉਪਕਾਰ ਚਿਤਵਦੇ ਹੋ ਜਿਵੇਂ ਆਪ ਜੀ ਦੀ ਇੱਛਾ ਆਪ ਜੀ ਤਿਵੇਂ ਕਰੋ। ਇਹ ਜਗ੍ਹਾ ਦੇ ਉੱਤੇ ਮਲਕੀਅਤ ਰੱਖਦਾ ਸੀ ਭਗਵਾਨ ਦਾਸ ਘੇਰੜ। ਜਾਤੀ ਕਰਕੇ ਖੱਤਰੀ ਸੀ। ਗੁਰੂ ਪਾਤਸ਼ਾਹ ਦਾ ਵਿਰੋਧੀ ਵੀ ਹੈ ਕਿਉਂਕਿ ਚੰਦੂ ਦਾ ਯਾਰ ਸੀ। ਜਗ੍ਹਾ ਇਹਦੀ ਨਹੀਂ ਸੀ ਪਰ ਉੱਦਾਂ ਹੀ ਇਹ ਸੋਚਦਾ ਸੀ ਵੀ ਮੇਰੀ ਹੈ। ਸਤਿਗੁਰਾਂ ਕੋਲ ਆ ਕੇ ਕਹਿਣ ਲੱਗਾ ਜੀ ਤੁਸੀਂ ਇਹ ਮੀਂਹ ਕਣੀ ਦੇ ਮੌਸਮ 'ਚ ਘਰੋਂ ਨਿਕਲੇ ਹੋਏ ਹੋ ਉਧਰ ਬਾਦਸ਼ਾਹ ਦੇ ਨਾਲ ਜੰਗ ਲੜ ਕੇ ਆਏ ਹੋ ਆਪਣਾ ਸਾਰਾ ਕੁਝ ਵਿਗਾੜ ਲਿਆ ਹੈ ਹੁਣ ਇੱਥੇ ਆ ਕੇ ਡੇਰਾ ਕਰ ਲਿਆ।
ਮਹਾਰਾਜ ਜੀ ਕਹਿਣ ਲੱਗੇ, ਭਗਵਾਨ ਦਾਸ, ਜੇ ਵਿਗਾੜਿਆ ਅਸੀਂ ਆਪਣਾ ਵਿਗਾੜਿਆ, ਤੈਨੂੰ ਕਿਹੜੀ ਗੱਲ ਦਾ ਦੁੱਖ? ਅਸੀਂ ਜਾੜੀਏ ਜਾਂ ਬਾਦਸ਼ਾਹ ਜਾਣੇ? ਤੂੰ ਕਿਸ ਗੱਲ ਕਰਕੇ ਆਪਣੀ ਦੁੱਖ ਤੇ ਤਕਲੀਫ ਪ੍ਰਗਟ ਕਰਦਾ? ਤੂੰ ਸਾਡਾ ਕੋਈ ਸੰਬੰਧੀ ਨਹੀਂ, ਤੂੰ ਸਾਡਾ ਸਿੱਖ ਨਹੀਂ, ਤੇ ਨਾਲੇ ਵਿਚਾਰ ਕਰਕੇ ਬੋਲੀਦਾ ਹੈ। ਕੁਝ ਸਮਾਂ ਸਤਿਗੁਰਾਂ ਕੋਲ ਬਹਿ ਕੇ ਚਲਾ ਗਿਆ। ਪਾਤਸ਼ਾਹ ਨੇ ਨਗਰ ਦੀ ਚਾਰੇ ਪਾਸੇ ਕੋਟ ਰਚਣ ਦੀ ਆਗਿਆ ਕੀਤੀ। ਆਪ ਆਪਣੇ ਹੱਥੀਂ ਟੱਕ ਲਾਇਆ। ਵੱਡਿਆਂ ਸਤਿਗੁਰਾਂ ਨੂੰ ਮਨਾ ਕੇ ਅਰਦਾਸ ਕਰਕੇ ਨਗਰ ਦੇ ਕਿਲੇ ਦੀ ਜੋ ਆਲੇ ਦੁਆਲੇ ਕੰਧ ਰਚੀ ਜਾਂਦੀ, ਕਿਲਾ ਰਚਿਆ ਜਾਂਦਾ, ਉਹਦਾ ਟੱਕ ਲਾ ਕੇ ਸਤਿਗੁਰਾਂ ਨੇ ਉਸਾਰੀ ਸ਼ੁਰੂ ਕਰਾ ਦਿੱਤੀ। ਘੇਰੜ ਨੂੰ ਪਤਾ ਲੱਗਾ ਉਧਰ, ਇਹਨੇ ਜਿਹੜੇ ਉੱਥੇ ਕੁਝ ਘਰ ਸੀ ਉਹਨਾਂ ਨੂੰ ਸੱਦ ਲਿਆ। ਕਹਿਣ ਲੱਗਾ, ਵੇਖੋ ਗੁਰੂ ਜੀ ਆਪਣੀ ਮਰਜ਼ੀ ਨਾਲ ਨਗਰ ਵਸਾਉਣ ਲੱਗ ਪਏ ਨੇ, ਨਾ ਮੈਨੂੰ ਪੁੱਛਿਆ ਨਾ ਤੁਹਾਨੂੰ ਪੁੱਛਿਆ, ਦੱਸੋ ਕੀ ਕਰੀਏ? ਉਹ ਕਹਿਣ ਲੱਗੇ, ਤੂੰ ਜਾਣ ਜਾਂ ਗੁਰੂ ਜੀ ਜਾਣਨ। ਜੇ ਨਗਰ ਵਸ ਗਿਆ ਤੇ ਅਸੀਂ ਅੰਦਰ ਜਾ ਕੇ ਰਹਿਣ ਲੱਗ ਪਵਾਂਗੇ, ਸਾਡਾ ਫਾਇਦਾ। ਜੇ ਨਾ ਵਸਿਆ ਤਾਂ ਵੀ ਅਸੀਂ ਰਹਿ ਹੀ ਰਹੇ ਹਾਂ, ਸਾਡਾ ਤਾਂ ਅਸੀਂ ਨਹੀਂ ਜਾ ਕੇ ਗੁਰੂ ਪਾਤਸ਼ਾਹ ਨੂੰ ਕੁਝ ਕਹਿਣਾ, ਤੂੰ ਜਾ ਕੇ ਆਪ ਵੇਖ। ਕਹਿੰਦਾ, ਵੇਖੋ ਹੁਣ ਮੈਂ ਜਾਣਾ ਉਹਨਾਂ ਦੇ ਕੋਲ, ਜੇ ਬਾਦਸ਼ਾਹ ਕੋਲੋਂ ਨਹੀਂ ਡਰੇ ਤੇ ਹੁਣ ਮੇਰੇ ਕੋਲੋਂ ਡਰਨਗੇ, ਕਿਉਂਕਿ ਮੈਂ ਉਹਨਾਂ ਦੀ ਜਾਤੀ ਦਾ ਹਾਂ ਤੇ ਮੇਰਾ ਉਹ ਭੈ ਮੰਨਣਗੇ, ਡਰ ਮੰਨਣਗੇ। ਇਹ ਬਿਰਤੀ ਧਾਰਨ ਕਰਕੇ ਭਗਵਾਨ ਦਾਸ ਘੇਰੜ ਮਹਾਰਾਜ ਛੇਵੇਂ ਪਾਤਸ਼ਾਹ ਜੀ ਕੋਲ ਆ ਰਿਹਾ ਹੈ। ਆਓ ਗੁਰਦੇਵ ਦਾ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਮਨ ਔਰ ਬਿਰਤੀਆਂ ਨੂੰ ਇਕਾਗਰ ਕਰੀਏ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਬਾਲਕ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਆਪਣੇ ਹਿਰਦੇ 'ਚ ਧਾਰਦਿਆਂ, ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮਤ ਮੋਟੀ ਬੜ ਦੁਸ਼ਟ ਕੀ, ਚੱਲ ਆਇਓ ਗੁਰ ਪਾਸ। ਮੋਟੀ ਮੱਤ ਵਾਲਾ, ਸਰੀਰ ਵੀ ਮੋਟਾ ਤੇ ਅਕਲ ਵੀ ਮੋਟੀ ਸੀ ਇਹਦੀ, ਥੂਲ ਬਿਰਤੀ, ਜਿਹਨੂੰ ਜੜ ਬਿਰਤੀ ਕਹਿੰਦੇ ਨੇ, ਜੜ ਤਾਮਸੀ ਬਿਰਤੀ, ਤਮੋਗੁਣੀ ਬਿਰਤੀ। ਇਦਾਂ ਦੀ ਬਿਰਤੀ ਦਾ ਮਾਲਕ ਸੀ ਘੇਰੜ। ਤੇ ਮੋਟੀ ਮੱਤ ਵਾਲਾ ਇਹ ਦੁਸ਼ਟ ਸਤਿਗੁਰੂ ਜੀ ਦੇ ਨਾਲ ਝਗੜਨ ਵਾਸਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕੋਲ ਚੱਲ ਕੇ ਆਇਆ। ਹਿਰਦੇ ਰੋਸ ਖਦਿਓਤ ਜਿਮ, ਸਮਤਾ ਚਹਿ ਸਪਤਾਸ। ਆਪਣੇ ਹਿਰਦੇ 'ਚ ਬੜਾ ਵੱਡਾ ਗੁੱਸਾ ਧਾਰਨ ਕਰਕੇ ਸਤਿਗੁਰਾਂ ਦੀ ਬਰਾਬਰੀ ਕਰਨਾ ਚਾਹੁੰਦਾ। ਜਿਵੇਂ ਕੋਈ ਨਿੱਕਾ ਜਿਹਾ ਟਟਹਿਣਾ ਗੁੱਸਾ ਕਰਕੇ ਆਖੇ ਵੀ ਮੈਂ ਸੂਰਜ ਦੀ ਬਰਾਬਰੀ ਕਰਾਂਗਾ, ਸੂਰਜ ਦੀ ਲੋ ਮੈਂ ਆਪਣੇ ਸਾਹਮਣੇ ਮੱਧਮ ਕਰ ਦਿਆਂਗਾ। ਤੇ ਉਹ ਜਿਹੜਾ ਟਟਹਿਣਾ ਹੁੰਦਾ, ਜੁਗਨੂੰ ਵੀ ਜਿਹਨੂੰ ਕਹਿ ਦਿੰਦੇ ਆ, ਸੂਰਜ ਦੀ ਲੋ ਵਿੱਚ ਤਾਂ ਉਹਦਾ ਉੱਦਾਂ ਹੀ ਨਹੀਂ ਪਤਾ ਲੱਗਦਾ। ਪਰ ਕਹਿੰਦੇ ਜਿਵੇਂ ਉਹ ਗੁੱਸਾ ਕਰਕੇ ਕਹੇ ਵੀ ਮੈਂ ਸੂਰਜ ਦੀ ਬਰਾਬਰੀ ਕਰਨੀ ਹੈ, ਇਦਾਂ ਇਹ ਘੇਰੜ ਬੜੇ ਗੁੱਸੇ ਵਿੱਚ, ਰੋਸ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਮਤਾ ਚਾਹਣ ਲਈ ਮਹਾਰਾਜ ਜੀ ਨਾਲ ਝਗੜਾ ਕਰਨ ਲਈ ਆ ਰਿਹਾ ਹੈ। ਜੋ ਪਈ ਬੈਠਿਓ ਨਿਕਟ ਨਾ ਬੰਧਨ ਠਾਨੀ। ਇਹ ਆਇਆ ਚੱਲ ਕੇ ਸਤਿਗੁਰਾਂ ਕੋਲ ਆ ਕੇ ਬਹਿ ਗਿਆ ਨੇੜੇ ਮਹਾਰਾਜ ਜੀ ਦੇ। ਮਹਾਰਾਜ ਜੀ ਨੂੰ ਮੱਥਾ ਨਹੀਂ ਟੇਕਿਆ, ਕੋਈ ਸੀਸ ਝੁਕਾ ਕੇ ਨਮਸਕਾਰ ਨਹੀਂ ਕੀਤੀ, ਸਤਿਗੁਰਾਂ ਦਾ ਕੋਈ ਅਦਬ ਨਹੀਂ ਕੀਤਾ। ਜਿਵੇਂ ਆਇਆ ਉਸੇ ਤਰ੍ਹਾਂ ਹੀ ਆ ਕੇ ਬਹਿ ਗਿਆ। ਸਮ ਗਵਾਰ ਬੋਲਿਓ ਮੁਖ ਬਾਨੀ। ਗਵਾਰਾਂ ਦੇ ਸਮਾਨ, ਬੇਸਮਝਾਂ ਤੇ ਮੂਰਖਾਂ ਦੇ ਸਮਾਨ ਇਹ ਬੋਲਿਆ, ਆਪਣੇ ਮੂੰਹੋਂ ਕਹਿਣ ਲੱਗਾ। ਕਹੋ ਭਾਈ ਅਰਜਨ ਕੇ ਨੰਦ। ਬੋਲਿਆ ਵੀ ਕਿਵੇਂ? ਹਾਂ ਭਰਾ ਅਰਜਨ ਦੇ ਪੁੱਤਰ ਦੱਸ। ਮਹਾਰਾਜ ਗੁਰੂ ਅਰਜਨ ਸਾਹਿਬ ਦਾ ਨਾਮ ਹੀ ਇਦਾਂ ਲਿਆ। ਭਰਾ ਅਰਜਨ ਦੇ ਪੁੱਤਰ ਦੱਸ, ਤੈਨੂੰ ਮੈਂ ਗੱਲ ਪੁੱਛਦਾ ਹਾਂ। ਕਿਆ ਕੀਨਸ ਉਤਪਾਤ ਬਿਲੰਦ। ਆ ਤੂੰ ਕੀ ਉਤਪਾਤ ਕੀਤਾ ਹੈ? ਇਦਾਂ ਬੋਲਿਆ, ਤੂੰ ਤੜਾਕ ਕਰਕੇ ਬੋਲ ਰਿਹਾ ਹੈ। ਆ ਤੂੰ ਕੀ ਉਤਪਾਤ, ਕੀ ਉਪਦਰਵ ਕੀਤਾ ਹੈ? ਇਸ ਭੂਮੀ ਕੋ ਮਾਲਿਕ ਕੋਈ। ਇਹ ਜਿਹੜੀ ਜਗ੍ਹਾ ਤੇ ਤੁਸੀਂ ਆ ਕੇ ਪਿੰਡ ਬੰਨਣ ਲੱਗ ਪਏ, ਇਹਦਾ ਕੋਈ ਮਾਲਕ ਹੈ ਕਿ ਨਹੀਂ, ਇਹ ਪੁੱਛਿਆ ਤੁਸੀਂ?
ਕਿ ਤੁਸੀਂ ਜਾਣਦੇ ਹੋ ਵੀ ਇਹਦਾ ਕੋਈ ਮਾਲਕ ਹੈ ਕਿ ਨਹੀਂ। ਹੈ ਕਿ ਨਹੀਂ ਜਾਣ ਹੈ ਕਹੋ ਸੋਈ। ਕੋਈ ਇਹਦਾ ਮਾਲਕ ਵੀ ਹੋਵੇਗਾ, ਜੇ ਜਗ੍ਹਾ ਪਈ ਹੈ ਇੱਥੇ ਖਾਲੀ, ਇਹਦਾ ਕੋਈ ਮਾਲਕ ਹੋਵੇਗਾ, ਇਹਦਾ ਕੋਈ ਸੁਆਮੀ ਹੋਵੇਗਾ, ਕਿ ਤੁਸੀਂ ਉਹਨੂੰ ਜਾਣਦੇ ਹੋ ਕਿ ਨਹੀਂ ਜਾਣਦੇ। ਕਿਸ ਕੋ ਤੈ ਬੂਝਨ ਕਰ ਲੀਨ। ਤੁਸੀਂ ਕਿਹਨੂੰ ਪੁੱਛਿਆ? ਜੇ ਜਾਣਦੇ ਹੋ ਤੇ ਦੱਸੋ ਕਿਹਨੂੰ ਪੁੱਛਿਆ ਤੁਸੀਂ ਇੱਥੇ ਪਿੰਡ ਵਸਾਉਣ ਲੱਗੇ ਹੋ? ਖਰਚਿਓ ਕਹਾ ਮੋਲ ਕਿਸ ਦੀਨ। ਕੋਈ ਪੈਸਾ ਖਰਚਿਆ ਇਹ ਜਗ੍ਹਾ ਖਰੀਦਣ ਦਾ? ਕਿਸੇ ਨੂੰ ਕੋਈ ਮੁੱਲ ਦਿੱਤਾ ਇਹਦਾ? ਕੋਈ ਇਹਦਾ ਪਟਾ ਆਪਣੇ ਨਾਂ ਤੇ ਲਿਖਾਇਆ? ਜਾਂ ਕੋਈ ਇਹ ਜਗ੍ਹਾ ਤੁਸੀਂ ਖਰੀਦੀ ਹੈ? ਦੱਸੋ, ਜੇ ਖਰੀਦੀ ਹੈ ਤਾਂ ਵੀ ਦੱਸੋ। ਸ਼੍ਰੀ ਮੁਖ ਤੇ ਹੱਸ ਕਰ ਫਰਮਾਇਓ। ਜਦੋਂ ਘੇਰੜ ਏਦਾਂ ਬੋਲਿਆ ਮਹਾਰਾਜ ਜੀ ਹੱਸ ਪਏ। ਹੱਸ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ, ਦੁਸ਼ਟਨ ਸਿਰ ਉਤਪਾਤ ਉਠਾਇਓ। ਮਹਾਰਾਜ ਜੀ ਕਹਿਣ ਲੱਗੇ, ਦੁਸ਼ਟਾਂ ਦੇ ਸਿਰ ਦੇ ਉੱਤੇ ਅਸੀਂ ਉਪਦਰਵ ਪੈਦਾ ਕੀਤਾ। ਇਹਨੇ ਪੁੱਛਿਆ ਨਾ, ਇਹ ਕੀ ਉਤਪਾਤ ਕੀਤਾ ਤੁਸੀਂ? ਮਹਾਰਾਜ ਕਹਿੰਦੇ, ਦੁਸ਼ਟਾਂ ਦੇ ਸਿਰ ਤੇ ਉਤਪਾਤ ਕੀਤਾ ਹੈ। ਕਰਤਾ ਪੁਰਖ ਭੂਮ ਕੋ ਮਾਲਿਕ। ਤੇ ਜੇ ਕਵੇਂ ਜਗ੍ਹਾ ਦਾ ਮਾਲਕ ਕੌਣ ਹੈ, ਤਾਂ ਫਿਰ ਇਹ ਸੁਣ ਲੈ ਵੀ ਇਸ ਜਗ੍ਹਾ ਦਾ ਮਾਲਕ ਕਰਤਾ ਪੁਰਖ ਹੈ, ਪਰਮੇਸ਼ਰ ਹੈ। ਸਾਰੀ ਧਰਤੀ ਅਕਾਲ ਪੁਰਖ ਦੀ ਹੈ, ਪਰਮੇਸ਼ਰ ਦੀ ਹੈ। ਅਪਰ ਕਿਸੂ ਕੇ ਕਿਆ ਹੈ ਤਾਲਿਕ। ਤੇ ਜੇ ਧਰਤੀ ਹੈ ਹੀ ਕਰਤਾ ਪੁਰਖ ਦੀ, ਤੇ ਫਿਰ ਕਿਸੇ ਹੋਰ ਦੇ ਤਾਲਕ ਕੀ ਹੈ? ਕਿਸੇ ਹੋਰ ਦੇ ਅਧੀਨ ਕੀ ਹੈ? ਕਿਸੇ ਦੇ ਅਧੀਨ ਕੁਝ ਨਹੀਂ। ਸੋ ਪਰਮੇਸ਼ਰ ਬੂਝਨ ਕਰਿਓ। ਤੇ ਜਿਹੜਾ ਮਾਲਕ ਇਸ ਧਰਤੀ ਦਾ ਮਾਲਕ ਹੈ, ਉਹਦੇ ਕੋਲੋਂ ਅਸੀਂ ਆਗਿਆ ਲੈ ਲਈ ਅਰਦਾਸ ਕਰਕੇ। ਜਿਹੜਾ ਇਹ ਧਰਤੀ ਦਾ ਮਾਲਕ ਹੈ, ਉਹਦੇ ਕੋਲੋਂ ਅਸੀਂ ਆਗਿਆ ਲੈ ਲਈ ਆ, ਉਹਦੇ ਕੋਲੋਂ ਪੁੱਛ ਲਿਆ ਅਰਦਾਸ ਕਰਕੇ। ਪੁਰ ਕੋ ਰਚਨ ਮਨੋਰਥ ਧਰਿਓ। ਔਰ ਇੱਥੇ ਅਸੀਂ ਸੋਹਣਾ ਨਗਰ ਰਚਣ ਦਾ ਮਨੋਰਥ ਕੀਤਾ। ਅਸੀਂ ਚਾਹੁੰਦੇ ਆ ਵੀ ਇੱਥੇ ਇੱਕ ਸੁੰਦਰ ਨਗਰ ਵਸੇ। ਹਰ ਚਰਨਨ ਰੁਚ ਮਹਿ ਚਿਤ ਪਰਿਓ। ਤੇ ਹਰੀ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਸਾਡੀ ਰੁਚੀ ਲੱਗੀ ਹੋਈ ਹੈ। ਸਾਡਾ ਚਿੱਤ ਉਹਦੇ ਚਰਨਾਂ ਵਿੱਚ ਪਰਚਿਆ ਹੋਇਆ ਹੈ। ਸਭ ਹਿਤ ਇਹੀ ਮੋਲ ਹਮ ਖਰਚਿਓ। ਇਹ ਹੀ ਮੁੱਲ ਅਸੀਂ ਤਾਰਿਆ। ਇਹਨੇ ਪੁੱਛਿਆ ਵੀ ਕਿਹੜਾ ਮੁੱਲ ਤਾਰਿਆ? ਮਹਾਰਾਜ ਕਹਿੰਦੇ, ਪਰਮੇਸ਼ਰ ਦੇ ਚਰਨਾਂ ਨਾਲ ਜਿਹੜਾ ਸਾਡਾ ਮਨ ਲੱਗਾ, ਇਹ ਮੁੱਲ ਤਾਰਿਆ। ਇਹ ਪਰਮੇਸ਼ਰ ਦੇ ਚਰਨਾਂ ਵਿੱਚ ਅਸੀਂ ਮੁੱਲ ਭੇਟ ਕੀਤਾ। ਅਪਰ ਬੂਝਨੋ ਹਮ ਨਹਿ ਕੀਨੋ। ਹਾਂ, ਬਾਕੀ ਹੋਰ ਨਹੀਂ ਅਸੀਂ ਕਿਸੇ ਨੂੰ ਪੁੱਛਿਆ, ਕਿਸੇ ਦੁਨਿਆਵੀ ਬੰਦੇ ਨੂੰ ਨਹੀਂ ਪੁੱਛਿਆ। ਮਹਾਰਾਜ ਰਾਜਾ ਪ੍ਰਭ ਚੀਨੋ। ਉਹ ਮਹਾਰਾਜ ਹੈ ਪਰਮੇਸ਼ਰ, ਜਿਹੜਾ ਰਾਜਿਆਂ ਦਾ ਰਾਜਾ ਅਕਾਲ ਪੁਰਖ ਹੈ। ਉਹਦੇ ਕੋਲੋਂ ਅਸੀਂ ਆਗਿਆ ਲੈ ਲਈ ਹੈ ਤੇ ਨਗਰ ਰਚਣ ਦਾ ਟੱਕ ਲਾ ਦਿੱਤਾ ਹੈ। ਸੁਨ ਘੇਰੜ ਬੋਲਿਓ ਮਤ ਕਾਚਾ। ਕੱਚੀ ਮੱਤ ਵਾਲਾ ਘੇਰੜ ਬੋਲਿਆ। ਸਤਿਗੁਰਾਂ ਦੇ ਬਚਨ ਸੁਣ ਕੇ ਨਾ ਇਹ ਬੋਲਿਆ, ਅੱਗੋਂ ਕਹਿਣ ਲੱਗਾ, ਨਿਸ਼ਚੈ ਬਨਿਓ ਭਗਤ ਤੂੰ ਸਾਚਾ। ਕਹਿਣ ਲੱਗਾ ਵੀ ਤੁਸੀਂ ਚੰਗੇ ਹੁਣ ਭਗਤ ਬਣ ਗਏ ਹੋ ਰੱਬ ਦੇ। ਆਪਣਾ ਨਿਸ਼ਚਾ ਵਿਖਾਉਂਦੇ ਹੋ ਵੀ ਤੁਸੀਂ ਪਰਮੇਸ਼ਰ ਦੇ ਭਗਤ ਹੋ। ਖੜਗ ਕਮਾਨ ਸ਼ਸਤਰ ਸਭ ਧਾਰੈ। ਆਪਣੇ ਆਪ ਨੂੰ ਸੱਚਾ ਭਗਤ ਕਹਿੰਦੇ ਹੋ। ਹੱਥ ਦੇ ਵਿੱਚ ਤੁਸੀਂ ਖੜਗ ਧਾਰਨ ਕੀਤੀ ਹੈ, ਕਮਾਨ ਧਾਰਨ ਕੀਤੀ ਹੈ, ਸ਼ਸਤਰ ਤੁਸੀਂ ਧਾਰਨ ਕੀਤੇ ਨੇ। ਨਿਤ ਉਠ ਗਨ ਜੀਵਨ ਕੋ ਮਾਰੈ। ਤੇ ਇਹਨਾਂ ਸ਼ਸਤਰਾਂ ਨੂੰ ਚੁੱਕ ਕੇ ਰੋਜ਼ ਉੱਠ ਕੇ ਸਵੇਰੇ ਸ਼ਿਕਾਰ ਤੇ ਜਾਂਦੇ ਹੋ। ਸ਼ਿਕਾਰ ਖੇਡ ਕੇ ਜੀਵਾਂ ਦਾ ਘਾਣ ਕਰਦੇ ਹੋ, ਜੀਵਾਂ ਨੂੰ ਮਾਰਦੇ ਹੋ। ਕਈ ਹਜ਼ਾਰ ਸੈਨਾ ਜੋ ਆਈ। ਜਿਹੜੀ ਹਜ਼ਾਰਾਂ ਦੀ ਗਿਣਤੀ ਚ ਸੈਨਾ ਤੁਹਾਡੇ ਤੇ ਚੜ ਕੇ ਆਈ ਸੀ। ਤੀਨ ਪਹਿਰ ਮਹਿ ਧੂੜ ਮਿਲਾਈ। ਤੇ ਤਿੰਨਾਂ ਪਹਿਰਾਂ ਦੇ ਵਿੱਚ ਹੀ ਉਹ ਸਾਰੀ ਸੈਨਾ ਮਾਰ ਕੇ ਤੁਸੀਂ ਧੂੜ ਚ ਗਰਕ ਕਰ ਦਿੱਤੇ। ਦਇਆਹੀਨ ਹੋਏ ਲਸ਼ਕਰ ਮਾਰਾ। ਤੇ ਦਇਆ ਤੋਂ ਹੀਣੇ ਹੋ ਕੇ ਤੁਸੀਂ ਬਾਦਸ਼ਾਹ ਦਾ ਐਡਾ ਵੱਡਾ ਲਸ਼ਕਰ ਮਾਰਿਆ। ਤੁਸੀਂ ਕਾਹਦੇ ਭਗਤ ਹੋ? ਇਹ ਭਗਤਾਂ ਦਾ ਕੰਮ ਹੁੰਦਾ ਵੀ ਜੀਵਾਂ ਨੂੰ ਮਾਰਨਾ। ਫਿਰ ਸੈਨਾ ਆਈ ਸੀ ਬਾਦਸ਼ਾਹ ਦੀ, ਤੇ ਹਜ਼ਾਰਾਂ ਦੀ ਗਿਣਤੀ ਵਿੱਚ ਉਹ ਤਿੰਨਾਂ ਪਹਿਰਾਂ 'ਚ ਮਾਰ ਕੇ ਮਿੱਟੀ 'ਚ ਗਰਕ ਕਰ ਦਿੱਤੀ। ਤੁਹਾਡਾ ਤਾਂ ਹਿਰਦਾ ਦਇਆ ਵਾਲਾ ਹੈ ਹੀ ਨਹੀਂ। ਮਹਾਂਪੁਰਖਾਂ ਭਗਤਾਂ ਦਾ ਹਿਰਦਾ ਤਾਂ ਦਇਆ ਵਾਲਾ ਹੁੰਦਾ। ਤੇ ਦਇਆਹੀਣੇ ਹੋ ਕੇ ਤੁਸੀਂ ਉਹ ਸਾਰੀ ਫੌਜ ਮਾਰ ਕੇ ਧਰਤੀ ਵਿੱਚ ਮਿਲਾ ਦਿੱਤੀ। ਅਸ ਤੂੰ ਭਗਤ ਜਗਤ ਨਿਰਧਾਰਾ। ਇਹੋ ਜਿਹਾ ਭਗਤ ਤੂੰ ਸਾਰੇ ਜਗਤ ਵਿੱਚ ਆਪਣੇ ਆਪ ਨੂੰ ਸਦਾਉਣਾ ਹੈ। ਆਪਣੇ ਆਪ ਨੂੰ ਇਹੋ ਜਿਹਾ ਭਗਤ ਨਿਰਧਾਰਤ ਕਰਦਾ। ਇਹ ਭਗਤਾਂ ਦੇ, ਗੁਰੂਆਂ ਪੀਰਾਂ ਦੇ ਕੰਮ ਥੋੜੀ ਹੁੰਦੇ ਆ। ਜੰਗ ਲੜਨੇ, ਜੀਵਾਂ ਦਾ ਸ਼ਿਕਾਰ ਕਰਨਾ, ਇਹ ਮਹਾਂਪੁਰਖਾਂ ਭਗਤਾਂ ਦਾ ਕਰਮ ਨਹੀਂ ਹੁੰਦਾ। ਸ਼ਾਹ ਜਹਾਂ ਕੋ ਜਾਣਤ ਨਾਹੀ। ਤੁਸੀਂ ਬਾਦਸ਼ਾਹ ਸ਼ਾਹ ਜਹਾਨ ਨੂੰ ਜਾਣਦੇ ਹੋ ਕਿ ਨਹੀਂ ਜਾਣਦੇ? ਕਿ ਤੁਹਾਨੂੰ ਸ਼ਾਹ ਜਹਾਨ ਦਾ ਨਹੀਂ ਪਤਾ?
ਉਹ ਕੌਣ ਹੈ? ਲਿਓ ਘੇਰ ਅੰਮ੍ਰਿਤਸਰ ਮਾਹੀ। ਜਿਹਨੇ ਤੁਹਾਨੂੰ ਅੰਮ੍ਰਿਤਸਰ ਸਾਹਿਬ 'ਚ ਘੇਰਾ ਪਾ ਲਿਆ ਸੀ, ਜਿਹਦੀਆਂ ਫੌਜਾਂ ਨੇ ਤੁਹਾਨੂੰ ਅੰਮ੍ਰਿਤਸਰ ਸ਼ਹਿਰ 'ਚ ਘੇਰ ਲਿਆ ਸੀ, ਨੀਠ ਨੀਠ ਬਚ ਕੇ ਚੱਲ ਆਇਓ। ਉਹਨਾਂ ਦੇ ਕੋਲੋਂ ਤੁਸੀਂ ਸਹਿਜੇ ਸਹਿਜੇ ਬਚ ਕੇ ਆ ਗਏ ਹੋ, ਚੱਲ ਕੇ ਆ ਗਏ ਹੋ ਕਿਸੇ ਤਰੀਕੇ। ਇਤ ਆਵਤ ਉਤਪਾਤ ਉਠਾਇਓ। ਤੇ ਹੁਣ ਇੱਥੇ ਮੇਰੇ ਪਿੰਡ 'ਚ ਆ ਕੇ ਉਤਪਾਤ ਕਰ ਰਹੇ ਹੋ, ਝਗੜੇ ਦਾ ਕਾਰਨ ਪੈਦਾ ਕਰ ਰਹੇ ਹੋ। ਆ ਕੇ ਜਗ੍ਹਾ ਤੇ ਬਿਨਾਂ ਕਿਸੇ ਤੋਂ ਪੁੱਛਿਆ ਇਜਾਜ਼ਤ ਲਿਆ ਨਗਰ ਵਸਾਣ ਲੱਗ ਪਏ ਹੋ। ਇਮ ਕਹਿ ਉਠਤ ਭਇਓ ਕਰ ਚਾਲਾ। ਏਦਾਂ ਬੋਲ ਕੇ ਨਾ ਘੇਰੜ ਉੱਠ ਕੇ ਚੱਲਿਆ, ਤੇ ਉੱਠ ਕੇ ਜਾਂਦਾ ਜਾਂਦਾ ਵੀ ਬੋਲਦਾ, ਬੋਲਤ ਬਚਨ ਅਨੁਚਿਤ ਬਿਸਾਲਾ। ਉਹ ਬੋਲ ਬੋਲਦਾ ਜਿਹੜੇ ਨੂੰ ਕਦੇ ਨਹੀਂ ਸੀ ਬੋਲਣੇ ਚਾਹੀਦੇ, ਜਿਨ੍ਹਾਂ ਬੋਲਾਂ ਕਰਕੇ ਦਾ ਕਾਲ ਆਉਣਾ। ਉਹ ਬੋਲ ਬੋਲਦਾ ਜਿਹੜੇ ਅਨੁਚਿਤ ਹਨ। ਭਲਾ ਭਇਓ ਗੁਰ ਹਿੰਦਨ ਕੇਰਾ। ਕਹਿੰਦੇ ਬੜਾ ਭਲਾ ਹੋਇਆ ਵੀ ਇਹੋ ਜਿਹਾ ਗੁਰੂ ਹੈ ਸਿੱਖਾਂ ਦਾ, ਇਹੋ ਜਿਹਾ ਗੁਰੂ ਹੈ ਜੋ ਸਿੱਖਾਂ ਦਾ ਗੁਰੂ ਕਹਾਉਂਦਾ। ਕਰਨ ਕੋ ਕਰਮਨ ਮਹਿ ਮਨ ਪ੍ਰੇਰਾ। ਜਿਹੜਾ ਕੁਕਰਮ ਕਰਨ ਦੇ ਵਿੱਚ ਮਨ ਪ੍ਰੇਰਿਤ ਕਰਦਾ, ਆਪਣਾ ਜੰਗ ਲੜਦਾ, ਬੰਦੇ ਮਾਰਦਾ, ਸ਼ਿਕਾਰ ਖੇਡਦਾ, ਜਾਨਵਰਾਂ ਨੂੰ ਮਾਰਦਾ। ਕੀ ਇਹ ਸਿੱਖਾਂ ਦੇ ਗੁਰੂਆਂ ਦਾ ਇਦਾਂ ਦਾ ਕੰਮ ਹੁੰਦਾ? ਕੀ ਇਹ ਕਰਮ ਹੁੰਦਾ ਗੁਰੂ ਪੀਰਾਂ ਦਾ? ਏਦਾਂ ਇਹ ਬੋਲਿਆ। ਪ੍ਰਾਨੀ ਘਾਤ ਚਹਿਤ ਦਿਨ ਰਾਤ। ਹਰ ਵੇਲੇ ਬੰਦੇ ਮਾਰਨ ਦੀ ਗੱਲ ਕਰਦਾ, ਵੀ ਜੰਗ ਕਰਨਾ, ਜੰਗ ਲੜਨਾ, ਬੰਦੇ ਮਾਰਨੇ ਆ ਰਣ ਭੂਮੀ ਵਿੱਚ। ਇਹੀ ਗੱਲ ਹਰ ਵੇਲੇ ਆਪਣੀ ਜ਼ੁਬਾਨ ਤੋਂ ਰਾਤ ਦਿਨ ਕਰਦਾ। ਲਰਬੇ ਹੇਤ ਕਰਨ ਉਤਪਾਤ। ਤੇ ਲੜਾਈ ਕਰਨ ਵਾਸਤੇ ਹਰ ਵੇਲੇ ਹੀ ਉਤਪਾਤ ਕਰਦਾ ਰਹਿੰਦਾ। ਇਹ ਤਾਂ ਇਹੋ ਜਿਹਾ ਗੁਰੂ ਹੁੰਦਾ ਵੀ ਜਿਹੜਾ ਮੁੱਲ ਖਰੀਦੇ ਲੜਾਈ, ਰਾਹ ਜਾਂਦੀ ਲੜਾਈ ਨੂੰ ਕਹੇ ਵੀ ਆ ਮੇਰੇ ਕੋਲ। ਏਦਾਂ ਦੀ ਬਿਰਤੀ ਥੋੜੀ ਹੁੰਦੀ ਆ ਗੁਰੂ ਪੀਰਾਂ ਦੀ, ਵੀ ਲੜਾਈ ਕਰਨ ਵਾਸਤੇ ਹਰ ਵੇਲੇ ਹੀ ਤਿਆਰ ਬਰ ਤਿਆਰ ਰਹੇ। ਲੈਨ ਦੇਨ ਇਤ ਨਾਹਿਨ ਤੇਰੋ। ਇੱਥੇ ਤੁਹਾਡਾ ਕੋਈ ਲੈਣ ਦੇਣ ਨਹੀਂ। ਗੁਰੂ ਸਾਹਿਬ ਨੂੰ ਉੱਠਦਾ ਉੱਠਦਾ ਬੋਲਦਾ, ਉੱਠਿਆ ਨਾਲੇ ਸੋਟੀ ਫੜੀ ਆ, ਉੱਠਦਾ ਉੱਠਦਾ ਗੱਲਾਂ। ਇੱਥੇ ਤੁਹਾਡਾ ਕੋਈ ਲੈਣ ਦੇਣ ਨਹੀਂ ਸਾਡੇ ਨਾਲ। ਪਿਤਾ ਪਿਤਾਮਾ ਕੋ ਨਹਿ ਚੇਰੋ। ਨਾ ਤੁਹਾਡੇ ਪਿਓ ਦਾਦੇ ਦਾ ਇੱਥੇ ਸਾਡੇ ਕੋਈ ਝੇੜਾ ਵੀ ਇਹ ਜਗ੍ਹਾ ਤੇ ਤੁਹਾਡੀ ਮਲਕੀਅਤ ਹੋਵੇ, ਵੀ ਜਿੱਥੇ ਆ ਕੇ ਤੁਸੀਂ ਨਗਰ ਵਸਾਣ ਲੱਗ ਪਏ ਹੋ, ਇੱਥੇ ਕੋਈ ਤੁਹਾਡਾ ਝੇੜਾ ਥੋੜੀ ਹੈ ਵੀ ਤੁਹਾਡੇ ਪਿਓ ਦਾਦੇ ਦੀ ਇਹ ਜ਼ਮੀਨ ਹੋਵੇ ਤੇ ਤੁਹਾਡਾ ਕੋਈ ਮੇਰੇ ਪਿਓ ਦਾਦੇ ਨਾਲ ਝਗੜਾ ਚੱਲਦਾ ਹੋਵੇ। ਉਹ ਵੀ ਕੋਈ ਨਹੀਂ ਹੈ। ਔਚਕ ਆਨ ਪਰਿਓ ਕਰ ਡੇਰਾ। ਅਚਾਨਕ ਹੀ ਆ ਕੇ ਪਤਾ ਨਹੀਂ ਕਿੱਧਰੋਂ ਆ ਗਏ। ਮੀਂਹ ਦੇ ਵਿੱਚ ਲੋਕ ਘਰੋਂ ਨਹੀਂ ਨਿਕਲਦੇ, ਇਹ ਦਰਿਆ ਤੋਂ ਤੁਰਦੇ ਤੁਰਦੇ ਇੱਥੇ ਆ ਗਏ ਤੇ ਆ ਕੇ ਅਚਾਨਕ ਡੇਰਾ ਕਰ ਲਿਆ। ਲਗਿਓ ਬਨਾਵਨ ਕੋਟ ਚੁਫੇਰਾ। ਤੇ ਆ ਕੇ ਇੱਥੇ ਆਲੇ ਦੁਆਲੇ ਕੋਟ ਰਚਣਾ ਸ਼ੁਰੂ ਕਰ ਦਿੱਤਾ, ਕਿਲਾ ਰਚਣਾ ਸ਼ੁਰੂ ਕਰ ਦਿੱਤਾ ਨਗਰ ਦਾ। ਨਾਹੇ ਤਾਂ ਜੇ ਚਾਹਤ ਨਿਜ ਭਲਾ। ਹਾਲੇ ਵੀ ਗੁਰੂ ਜੀ ਜੇ ਆਪਣਾ ਭਲਾ ਚਾਹੁੰਦੇ ਹੋ, ਜੇ ਤੁਸੀਂ ਚਾਹੁੰਦੇ ਹੋ ਵੀ ਤੁਸੀਂ ਸੁਖੀ ਰਹੋ, ਜੇ ਤੁਸੀਂ ਚਾਹੁੰਦੇ ਹੋ ਤੁਹਾਡਾ ਭਲਾ ਹੋਵੇ, ਹੋਤ ਪ੍ਰਭਾਤ ਜਾਹੋ ਤੂੰ ਚਲਾ। ਤੇ ਕੱਲ ਸਵੇਰ ਹੁੰਦੇ ਹੀ ਇੱਥੋਂ ਚਾਲਾ ਮਾਰ ਦੋ। ਕੱਲ ਸਵੇਰ ਹੁੰਦੇ ਹੀ ਇੱਥੋਂ ਕੂਚ ਕਰ ਜੋ। ਮੈਨੂੰ ਕੱਲ ਨਜ਼ਰ ਨਹੀਂ ਆਉਣੇ ਚਾਹੀਦੇ ਤੁਸੀਂ ਇੱਥੇ, ਜੇ ਤੁਸੀਂ ਆਪਣਾ ਭਲਾ ਚਾਹੁੰਦੇ ਹੋ। ਕੋ ਜਾਣ ਹੈ ਕੋ ਨਾਹਿਨ ਜਾਣ ਹੈ। ਹਾਲੇ ਕਿਸੇ ਨੂੰ ਪਤਾ, ਕਿਸੇ ਨੂੰ ਨਹੀਂ ਪਤਾ। ਕਹਿੰਦਾ ਹਾਲੇ ਗੱਲਾਂ ਆਪਣੇ ਵਿੱਚ ਹੀ ਨੇ, ਕਿਸੇ ਨੂੰ ਪਤਾ ਨੇ ਤੇ ਕਿਸੇ ਨੂੰ ਨਹੀਂ ਪਤਾ। ਉਦੈ ਭਾਨ ਤੇ ਪ੍ਰਥਮ ਪਹਿਚਾਨ ਹੈ। ਇਸ ਕਰਕੇ ਕੱਲ ਸਵੇਰ ਹੋਣ ਤੋਂ ਪਹਿਲਾਂ ਪਹਿਲਾਂ, ਸੂਰਜ ਉੱਗਣ ਤੋਂ ਪਹਿਲਾਂ ਪਹਿਲਾਂ ਇੱਥੋਂ ਪਿਆਨਾ ਕਰ ਜੋ, ਇੱਥੋਂ ਚਲੇ ਜਾਓ। ਇਹਾਂ ਨਾ ਬਸਨੋ ਪਾਵਹਿ ਕੋਈ। ਇੱਥੇ ਨਹੀਂ ਕੋਈ ਵਸਣੇ ਪਾਵੇਗਾ, ਮੈਂ ਨਹੀਂ ਇੱਥੇ ਤੁਹਾਨੂੰ ਰਹਿਣ ਦੇਣਾ। ਸਰਬ ਢਹਾਵੋ ਚਿੰਤੇ ਜੋਈ। ਆ ਜਿਹੜੀ ਕੰਧ ਜੀ ਉਸਾਰ ਰਹੇ ਹੋ ਤੁਸੀਂ, ਮੈਂ ਕੱਲ ਨੂੰ ਸਾਰੀ ਢਾ ਦੇਣੀ ਆ ਕੇ। ਮੈਂ ਇੱਥੇ ਕਿਸੇ ਨੂੰ ਮਕਾਨ ਨਹੀਂ ਬਣਾਉਣ ਦੇਣਾ, ਕਿਸੇ ਨੂੰ ਇੱਥੇ ਕੋਟ ਨਹੀਂ ਰਚਣ ਦੇਣਾ। ਇਹ ਸਾਰਾ ਕੁਝ ਢਾ ਦੇਣਾ ਜੋ ਤੁਸੀਂ ਚਣਵਾ ਰਹੇ ਹੋ। ਇਮ ਬੋਲਤ ਕਰਤੋ ਬਕਬਾਦ। ਏਦਾਂ ਬਕਵਾਦ ਕਰਦਿਆਂ ਹੋਇਆਂ, ਭੈੜੇ ਬੋਲ ਕਬੋਲ ਬੋਲਦਿਆਂ ਉੱਠਿਆ। ਧਾਮ ਗਇਓ ਗੁਰ ਕਹਿ ਅਪਵਾਦ। ਔਰ ਅਪਵਾਦ ਕਰਦਾ ਹੋਇਆ, ਮਹਾਰਾਜ ਜੀ ਦਾ ਅਪਜਸ ਕਰਦਾ ਹੋਇਆ, ਇਹ ਆਪਣੇ ਘਰ ਨੂੰ ਪਰਤ ਗਿਆ ਮੂਰਖ। ਕਹੀ ਕਠੋਰ ਅਨੁਚਿਤ ਬਾਨੀ। ਔਰ ਕਠੋਰ ਬੋਲੀ ਬੋਲੀ, ਅਨੁਚਿਤ ਬੋਲ ਬੋਲੇ। ਮਹਾਰਾਜ ਜੀ ਨੂੰ ਤੂੰ ਤੜਾਕ ਕਰਕੇ ਬੋਲਿਆ। ਛਿਮਾ ਨਿਧਾਨ ਛਿਮਾ ਮਨ ਠਾਨੀ। ਪਰ ਵੇਖੋ ਸਤਿਗੁਰੂ ਛਿਮਾ ਨਿਧ ਨੇ, ਮਹਾਰਾਜ ਜੀ ਸਭ ਕੁਝ ਸੁਣੀ ਜਾਂਦੇ, ਫਿਰ ਵੀ ਇਹਨੂੰ ਛਿਮਾ ਹੀ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਵਿਧੀ ਚੰਦ ਰਸ ਬਚਨ ਉਚਾਰਾ। ਪਰ ਲਾਗੇ ਸਿੱਖ ਥੋੜੀ ਮਨ 'ਚ ਜਰ ਸਕਦੇ ਸੀ ਇਹਦੇ ਬੋਲ ਜੋ ਬੋਲਦਾ ਸੀ ਸਾਹਿਬ ਨੂੰ। ਬਾਬਾ ਵਿਧੀ ਚੰਦ ਸਾਹਿਬ ਜੀ ਬੜੇ ਰੋਸ ਵਿੱਚ ਆਏ।
ਬੜੇ ਵੀਰ ਰਸ ਵਿੱਚ ਆਏ ਤੇ ਕਹਿਣ ਲੱਗੇ, ਇਹ ਗੁਰ ਦਰੋਹੀ ਚਾਹੀਅਤ ਮਾਰਾ। ਕਹਿਣ ਲੱਗੇ ਮਹਾਰਾਜ ਇਹ ਤਾਂ ਗੁਰੂ ਘਰ ਦਾ ਦਰੋਹੀ ਹੈ, ਇਹਨੂੰ ਤਾਂ ਮਾਰ ਦੇਣਾ ਚਾਹੀਦਾ, ਇਹਨੂੰ ਤਾਂ ਹੁਣੇ ਹੀ ਮਿੱਟੀ 'ਚ ਗਰਕ ਕਰ ਦੇਣਾ ਚਾਹੀਦਾ ਹੈ। ਨਹੀਂ ਅਦਾਇਬ ਸਾਹਿਬ ਕੇਰਾ। ਇਹਨੇ ਆਪ ਜੀ ਦਾ ਅਦਾਇਬ ਨਹੀਂ ਰੱਖਿਆ, ਇਹਨੇ ਆਪ ਜੀ ਦਾ ਸਤਕਾਰ ਨਹੀਂ ਰੱਖਿਆ, ਆਪ ਜੀ ਦਾ ਅਦਬ ਨਹੀਂ ਕੀਤਾ। ਬੋਲਤ ਗਮਨਿਓ ਨਿਠਰਨ ਬਡੇਰਾ। ਤੇ ਵੇਖੋ ਕਿਵੇਂ ਜੋ ਮੂੰਹ ਵਿੱਚ ਆਉਂਦਾ ਕਠੋਰ ਬੋਲੀ ਜਾਂਦਾ, ਜੋ ਬਕਵਾਸ ਇਹਨੇ ਕਰਨੀ ਸੀ ਉਹ ਕਰੀ ਜਾਂਦਾ। ਸੁਨ ਸ੍ਰੀ ਗੁਰ ਮੁਸਤਾਕਾਇਕ ਬਖਾਨਾ। ਸੁਣ ਕੇ ਸਤਿਗੁਰੂ ਜੀ ਮੁਸਕਰਾ ਕੇ ਬੋਲੇ, ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਦੇਹੋ ਬਲੀਪੁਰ ਮਹਿਕ ਸਮਾਨਾ। ਮਹਾਰਾਜ ਜੀ ਕਹਿੰਦੇ ਬਿਧੀ ਚੰਦ ਲੱਗਦਾ ਤੁਸੀਂ ਬਲੀ ਦੇਣਾ ਚਾਹੁੰਦੇ ਹੋ ਮੈਸ ਦੀ। ਮੈਖ ਦਾ ਮਤਲਬ ਹੁੰਦਾ ਵੀ ਕਿਸੇ ਸਾਨ ਦੀ ਝੋਟੇ ਦੀ ਬਲੀ ਦੇਣਾ ਚਾਹੁੰਦੇ ਹੋ ਪਿੰਡ ਵਸਾਣ ਤੋਂ ਪਹਿਲਾਂ। ਜਿਵੇਂ ਆਮ ਕਰਕੇ ਲੋਕ ਨਗਰ ਵਸਾਉਂਦੇ ਤਾਂ ਬਲੀਆਂ ਦਿੰਦੇ ਸੀ। ਮਹਾਰਾਜ ਕਹਿੰਦੇ ਬਿਧੀ ਚੰਦ ਲੱਗਦਾ ਤੂੰ ਇਹਦੀ ਬਲੀ ਦੇ ਕੇ ਰਾਜੀ ਹੈ। ਇਹ ਵੀ ਮੈਖ ਵਾਂਗੂ ਹੀ ਹੈ ਨਾ, ਸਾਨ ਵਾਂਗੂ ਹੀ ਫਿੱਟਿਆ ਹੋਇਆ। ਤੇ ਕਹਿਣ ਲੱਗੇ ਜਾਪਦਾ ਤੂੰ ਇਹਦੀ ਬਲੀ ਦੇਣਾ ਚਾਹੁੰਦਾ। ਇਸਕੇ ਹਤੇ ਨੀਵ ਥਿਰ ਹੋਏ। ਤੇ ਲੱਗਦਾ ਇਹ ਬਲੀ ਦੇਣੀ ਪੈਣੀ ਹੈ ਤੁਹਾਨੂੰ। ਇਹ ਬਲੀ ਜਿਹੜੀ ਹੈ ਇਹ ਦੇਣੀ ਪੈਣੀ ਹੈ, ਕਿਉਂਕਿ ਇਹਦੇ ਮਰਨ ਦੇ ਨਾਲ ਇਹ ਨਗਰ ਦੀ ਨੀਂਹ ਹੋਰ ਮਜ਼ਬੂਤ ਹੋਵੇਗੀ। ਜਦੋਂ ਇਹ ਮਲੇਸ਼ ਦਾ ਸੋਧਾ ਲੱਗੇਗਾ ਤੇ ਇਸ ਨਗਰ ਦੀ ਨੀਂਹ ਹੋਰ ਮਜ਼ਬੂਤ ਹੋ ਕੇ ਲੱਗੇਗੀ। ਸਗਰੇ ਸ਼ਗਨ ਜਨਾਵਤ ਜੋਏ। ਤੇ ਲੱਗਦਾ ਇਹ ਸ਼ਗਨ ਸਾਰੇ ਉਹੀ ਪੇ ਨਜ਼ਰ ਆਉਂਦੇ ਜਿਹੋ ਜਿਹੀਆਂ ਦੀਆਂ ਕਰਤੂਤਾਂ ਨੇ। ਇਹ ਕਾਲਾ ਆ ਮਰਨ ਨੂੰ। ਜਿਹੋ ਜੇ ਬੋਲ ਕਬੋਲ ਅੱਜ ਬੋਲ ਕੇ ਗਿਆ, ਜੇ ਇਦਾਂ ਹੀ ਦੁਬਾਰਾ ਆਇਆ ਫਿਰ ਬੋਲ ਕਬੋਲ ਕੀਤੇ ਤੇ ਲੱਗਦਾ ਨਹੀਂ ਵੀ ਇਹ ਜਿਉਂਦਾ ਜਾਏਗਾ ਵਾਪਸ। ਤੁਹਾਡੇ ਵਰਗੇ ਸਿੱਖ ਹੋਰ ਵੀ ਬੈਠੇ ਬਾਹਾਂ ਵੱਟ ਕੇ। ਮਹਾਰਾਜ ਆਇਸ ਅਬ ਦੀਜੈ। ਬਾਬਾ ਬਿਧੀ ਚੰਦ ਸਾਹਿਬ ਕਹਿਣ ਲੱਗੇ ਮਹਾਰਾਜ ਆਗਿਆ ਦਿਓ, ਆਪਾਂ ਕੱਲ ਤੱਕ ਜ਼ਰੂਰੀ ਉਡੀਕਣਾ। ਜਿਹੜਾ ਸ਼ੁਭ ਕੰਮ ਬਲੀ ਦੇਣ ਵਾਲਾ ਅੱਜ ਹੀ ਕਰ ਦਈਏ, ਮਲੇਛ ਨੂੰ ਅੱਜ ਹੀ ਸੋਧਾ ਲਾ ਦਈਏ। ਜਾਏ ਸਦਨ ਹਮ ਤਾਹੇ ਗਹੀਜੈ। ਤੇ ਜੇ ਘਰ ਵੀ ਚਲਾ ਗਿਆ ਤੇ ਘਰੋਂ ਚੁੱਕ ਲਿਆਉਨੇ ਆ ਮਹਾਰਾਜ ਉਹਨੂੰ। ਸਾਨੂੰ ਕਿਹੜਾ ਔਖਾ ਹੈ, ਜਾ ਕੇ ਘਰੋਂ ਚੁੱਕ ਕੇ ਬੰਨ ਕੇ ਲੈ ਆਉਨੇ ਆ। ਆਨਹਿ ਰਾਵਰ ਕੇ ਅਬ ਪਾਸ। ਤੇ ਹੁਣੇ ਬੰਨ ਕੇ ਤੁਹਾਡੇ ਕੋਲ ਲਿਆ ਕੇ ਹਾਜ਼ਰ ਕਰ ਦਿੰਨੇ ਆ, ਤੁਹਾਡੇ ਕੋਲ ਲਿਆ ਕੇ ਪੇਸ਼ ਕਰਦੇ ਹਾਂ। ਚੰਦ ਕੇ ਸਮ ਕਰਹਿ ਬਿਨਾਸ਼। ਤੇ ਜਿਹੜੀ ਹਾਲਤ ਚੰਦੂ ਦੀ ਕੀਤੀ ਸੀ ਉਹੀ ਹਾਲਤ ਇਹਦੀ ਕਰਾਂਗੇ। ਇਹ ਵੀ ਚੰਦੂ ਦਾ ਮਿੱਤਰ ਹੈ ਨਾ, ਚੰਦੂ ਦਾ ਯਾਰ ਹੈ। ਤੇ ਇਹਨੂੰ ਇਸੇ ਕਰਕੇ ਗੁਰੂ ਘਰ ਨਾਲ ਸ਼ਰੀਕਾ ਈਰਖਾ ਕਿ ਇਹਨਾਂ ਨੇ ਚੰਦੂ ਨੂੰ ਮਾਰਿਆ ਸੀ। ਅਸਲੀ ਗੱਲ ਦਾ ਦੁੱਖ ਇਹਨੂੰ ਇਹ ਵੀ ਸੀ ਘੇਰੜ ਨੂੰ। ਕਹਿੰਦਾ ਜੋ ਹਾਲਤ ਚੰਦੂ ਦੀ ਕੀਤੀ ਸੀ, ਬਾਬਾ ਬਿਧੀ ਚੰਦ ਸਾਹਿਬ ਕਹਿੰਦੇ ਮਹਾਰਾਜ ਉਹੀ ਇਹਦੀ ਕਰਾਂਗੇ। ਪਨਹੀ ਕੇ ਮਾਰੇ ਮਰ ਜਾਏ। ਇਹਨੂੰ ਮਹਾਰਾਜ ਜੀ ਤਲਵਾਰ ਨਾਲ ਨਹੀਂ ਮਾਰਨਾ, ਇਹਨੂੰ ਕਿਸੇ ਬੰਦੂਕ ਦੀ ਗੋਲੀ ਨਾਲ ਨਹੀਂ ਮਾਰਨਾ, ਇਹਨੂੰ ਜੁੱਤੀਆਂ ਮਾਰ ਮਾਰ ਕੇ ਮਾਰ ਦਿਆਂਗੇ ਜਿਵੇਂ ਚੰਦੂ ਮਾਰਿਆ। ਗੁਰ ਨਿੰਦਕ ਤਬ ਹੀ ਫਲ ਪਾਏ। ਜਿਹੜੇ ਗੁਰੂ ਘਰ ਦੇ ਨਿੰਦਕ ਨੇ ਉਹ ਜੁੱਤੀਆਂ ਖਾਣ ਜੋਗੇ ਹੀ ਐ, ਉਹਨਾਂ ਨੂੰ ਜੁੱਤੀਆਂ ਮਾਰ ਕੇ ਮਾਰਨਾ ਚਾਹੀਦਾ। ਇਹੀ ਸਜ਼ਾ ਦੇ ਗੁਰੂ ਘਰ ਦੇ ਨਿੰਦਕ ਹੱਕਦਾਰ ਨੇ। ਸ੍ਰੀ ਹਰਗੋਬਿੰਦ ਬਾਕ ਬਖਾਨੇ। ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਗੁਰ ਦਰੋਹੀ ਜੇਤਕ ਜਗ ਜਾਣੇ। ਕਹਿਣ ਲੱਗੇ ਬਾਬਾ ਬਿਧੀ ਚੰਦ ਸਾਹਿਬ ਗੁਰੂ ਘਰ ਦੇ ਜਿੰਨੇ ਦਰੋਹੀ ਜਾਣੇ ਜਾਂਦੇ ਆ, ਜਿਹੜੇ ਗੁਰੂ ਘਰ ਨਾਲ ਵੈਰ ਵਿਰੋਧ ਰੱਖਦੇ ਨੇ, ਭੂਤ ਭਵਿੱਖਤ ਜੇ ਅਬ ਅਹੈ। ਚਾਹੇ ਚਾਹੇ ਉਹ ਪਹਿਲਾਂ ਸਨ, ਚਾਹੇ ਹੁਣ ਨੇ, ਤੇ ਚਾਹੇ ਆਉਣ ਵਾਲੇ ਸਮੇਂ 'ਚ ਹੋਣਗੇ। ਕਿਉਂ ਨਾ ਕਹੋ ਅਗ ਕੋ ਫਲ ਲਹੈ। ਉਹਨਾਂ ਨੂੰ ਆਪਣੇ ਕੀਤੇ ਪਾਪ ਦਾ, ਆਪਣੀ ਕੀਤੀ ਕਰਨੀ ਦਾ ਫਲ ਭੋਗਣਾ ਹੀ ਪਵੇਗਾ। ਪਹਿਲਾਂ ਵੀ ਭੋਗਿਆ, ਜਿਹੜਾ ਹੁਣ ਗੁਰੂ ਘਰ ਦੇ ਨਾਲ ਮੱਥਾ ਲਾਏਗਾ ਉਹ ਹੁਣ ਵੀ ਭੋਗੇਗਾ। ਜਿਹੜਾ ਆਉਣ ਵਾਲੇ ਸਮੇਂ 'ਚ ਮੱਥਾ ਲਾਏਗਾ ਗੁਰੂ ਘਰ ਦੇ ਨਾਲ, ਤੇ ਉਹ ਆਉਣ ਵਾਲੇ ਸਮੇਂ 'ਚ ਵੀ ਆਪਣੀ ਕਰਨੀ ਦਾ ਫਲ ਭੋਗੇਗਾ। ਛੇਵੇਂ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਫਲ ਭੋਗਣਾ ਹੀ ਪਵੇਗਾ। ਲੋਕ ਬਿਖੈ ਜਰ ਉਖਰਹਿ ਸਾਰੀ। ਉਹਨਾਂ ਦੀ ਇਸ ਲੋਕ ਦੇ ਵਿੱਚੋਂ ਜੜ ਪੁੱਟੀ ਜਾਏਗੀ ਜਿਹੜੇ ਗੁਰੂ ਘਰ ਨਾਲ ਮੱਥਾ ਲਾਉਣਗੇ। ਮਹਾਰਾਜ ਜੀ ਦੇ ਘਰ ਵੱਲ ਤੋਪ ਦੇ ਗੋਲੇ ਦਾਗੇ ਇੰਦਰਾ ਗਾਂਧੀ ਨੇ, ਮਹਾਰਾਜ ਜੀ ਦੇ ਘਰ ਤੇ ਗੋਲੀਆਂ ਚਲਾਈਆਂ, ਤੇ ਫਿਰ ਕੀ ਰਹਿ ਗਿਆ ਮਗਰ? ਕਹਿੰਦੇ ਜਿਨ੍ਹਾਂ ਨੇ ਸਤਿਗੁਰੂ ਸੱਚੀ ਪਾਤਸ਼ਾਹ ਦੇ ਘਰ ਨਾਲ ਮੱਥਾ ਲਾਉਣਾ, ਉਹਨਾਂ ਦੀ ਇਸ ਲੋਕ ਚੋਂ ਜੜ ਹੀ ਪੁੱਟੀ ਜਾਣੀ ਹੈ, ਤੇ ਅੱਗੇ ਪਰਲੋਕ ਵਿੱਚ ਵੀ ਉਹਨਾਂ ਨੂੰ ਧੱਕੇ ਪੈਣੇ ਹਨ। ਮਰਹਿ ਪਾਏ ਦੁਖ ਨਰਕ ਮਝਾਰੀ। ਔਰ ਜਦੋਂ ਮਰਨਗੇ ਅੱਗੇ ਨਰਕਾਂ ਦੀ ਘੋਰ ਯਾਤਨਾ,
ਜੋ ਨਰਕਾਂ ਦਾ ਘੋਰ ਦੁੱਖ ਹੈ ਉਹਨਾਂ ਨੂੰ ਭੋਗਣਾ ਪਵੇਗਾ। ਕੋਏ ਨਾ ਵਾਲੀ ਬਨ ਹੈ ਸਹਾਏ। ਕਿਸੇ ਨੇ ਵਾਲੀ ਨਹੀਂ ਬਣਨਾ ਉਹਨਾਂ ਦਾ, ਕਿਸੇ ਨੇ ਸਹਾਇਤਾ ਨਹੀਂ ਕਰਨੀ ਉਹਨਾਂ ਦੀ, ਕਿਸੇ ਨੇ ਬਾਹ ਨਹੀਂ ਫੜਨੀ ਇਹੋ ਜਿਹੇ ਮਲੇਛਾਂ ਦੀ ਜਿਹੜੇ ਗੁਰੂ ਘਰ ਨਾਲ ਮੱਥਾ ਲਾਉਂਦੇ ਨੇ। ਭੋਗ ਹੈ ਸੰਕਟ ਬਹੁ ਬਿਲ ਲਾਏ। ਉਹ ਸੰਕਟ ਭੋਗਣਗੇ, ਦੁੱਖ ਭੋਗਣਗੇ, ਵਿਰਲਾਪ ਕਰਨਗੇ, ਇਸ ਲੋਕ ਵਿੱਚ ਵੀ ਪਰਲੋਕ ਵਿੱਚ ਵੀ। ਉਹਨਾਂ ਦਾ ਚੀਖ ਝਿਆੜਾ ਕਿਸੇ ਨੇ ਨਹੀਂ ਸੁਣਨਾ, ਕਿਸੇ ਉਹਨਾਂ ਦੀ ਬੌੜੀ ਨਹੀਂ ਕਰਨੀ, ਕਿਸੇ ਉਹਨਾਂ ਦੀ ਬਾਹ ਨਹੀਂ ਫੜਨੀ ਜਿਹੜੇ ਗੁਰੂ ਘਰ ਦੇ ਨਾਲ ਮੱਥਾ ਲਾਉਣਗੇ। ਇਹ ਘੇਰੜ ਅਬ ਅਵਗਤ ਪਾਵੈ। ਆ ਜਿਹੜਾ ਘੇਰੜਾ ਇਹਨੂੰ ਵੀ ਅਵਗਤ ਮਿਲੇਗੀ, ਹੁਣ ਇਹ ਅਵਗਤੀ ਨੂੰ ਪ੍ਰਾਪਤ ਹੋਵੇਗਾ, ਬੜੀ ਭੈੜੀ ਮੌਤੇ ਮਰੇਗਾ। ਸਮ ਚੰਦੂ ਕੇ ਨਰਕ ਸਿਧਾਵੈ। ਜਿਵੇਂ ਚੰਦੂ ਇਹਦਾ ਯਾਰ ਨਰਕਾਂ ਨੂੰ ਗਿਆ, ਇਹ ਵੀ ਉਹਦੇ ਪਿੱਛੇ ਨਰਕਾਂ 'ਚ ਜਾਵੇਗਾ ਉਸੇ ਤਰੀਕੇ ਨਾਲ। ਬਚਤ ਨਹੀਂ ਦੇਖਤ ਮਰ ਰਹੈ। ਮਹਾਰਾਜ ਜੀ ਕਹਿੰਦੇ ਲੱਗਦਾ ਨਹੀਂ ਇਹ ਬਚੇ, ਨਜ਼ਰ ਆ ਰਿਹਾ ਵੀ ਇਹ ਕਾਲਾ ਪਿਆ ਹੋਇਆ ਚੰਦੂ ਕੋਲ ਜਾਣ ਲਈ। ਆਜ ਕਾਲ ਮਹਿ ਮ੍ਰਿਤ ਕੋ ਲਹੈ। ਤੇ ਬਾਬਾ ਬਿਧੀ ਚੰਦ ਸਾਹਿਬ ਅੱਜ ਕੱਲ ਹੋ ਜਾਣਾ ਕੰਮ ਇਹਦਾ, ਅੱਜ ਕੱਲ ਇਹਦੀ ਮੌਤ ਹੋ ਹੀ ਜਾਣੀ ਆ। ਚੰਦੂ ਇਹਨੂੰ ਵੇਖਦਾ ਉੱਥੇ, ਉਹਦੇ ਕੋਲ ਇਹਨੇ ਪਹੁੰਚਣਾ ਹੈ। ਇਮ ਕਹਿ ਮੋਨ ਕਰੀ ਜਗਨਾਥ। ਇਹ ਕਹਿ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਚੁੱਪ ਕਰ ਗਏ। ਬਨ ਹੈ ਕੋਟ ਬੜ ਤੂਰਨ ਸਾਥ। ਹੁਕਮ ਕੀਤਾ ਵੀ ਛੇਤੀ ਨਾਲ ਕਿਲਾ ਰਚੋ, ਛੇਤੀ ਨਾਲ ਨਗਰ ਦੀ ਆਲੇ ਦੁਆਲੇ ਜਿਹੜੀ ਕੰਧ ਹੈ ਉਹਦੀ ਉਸਾਰੀ ਕਰੋ। ਮਾਨਵ ਲਗੇ ਕਾਰ ਸਮੁਦਾਏ। ਬਹੁਤ ਸਾਰੇ ਮਜ਼ਦੂਰ, ਕਾਮੇ, ਮਿਸਤਰੀ ਉਹ ਲੱਗੇ ਹੋਏ ਨੇ ਇਸ ਕੰਮ ਵਿੱਚ, ਇਸ ਸੇਵਾ ਦੇ ਵਿੱਚ। ਖਰੇ ਸਿੱਖ ਕਹਿ ਕਹਿ ਬਨਵਾਏ। ਮਹਾਰਾਜ ਜੀ ਦੇ ਜਿਹੜੇ ਜ਼ਿੰਮੇਵਾਰ ਸਿੱਖ ਨੇ ਉਹ ਕੋਲ ਖਲੋ ਕੇ ਬਾਬਾ ਬਿਧੀ ਚੰਦ ਸਾਹਿਬ ਹੋਣੀ, ਹੋਰ ਜਿਹੜੇ ਜ਼ਿੰਮੇਵਾਰ ਸਿੱਖ ਨੇ ਉਹ ਕੋਲ ਖਲੋ ਕੇ ਸਾਰੀ ਸੇਵਾ ਕਰਾ ਰਹੇ ਨੇ। ਮਜ਼ਦੂਰਾਂ ਦੇ ਕੋਲ, ਮਿਸਤਰੀਆਂ ਨੂੰ ਕਹਿ ਕਹਿ ਕੇ ਜਿਵੇਂ ਗੁਰੂ ਸਾਹਿਬ ਦਾ ਹੁਕਮ ਹੈ ਉਦਾਂ ਉਹ ਸਾਰੀ ਕਰਵਾ ਰਹੇ ਨੇ। ਸੁਨ ਮਿਹਨਤ ਨਰ ਆਵਤ ਧਾਈ। ਜਿਹੜੇ ਮਿਹਨਤ ਕਰਨ ਵਾਲੇ ਮਜ਼ਦੂਰ ਲੋਕ ਨੇ ਉਹ ਜਦੋਂ ਸੁਣਦੇ ਆ ਵੀ ਗੁਰੂ ਘਰ ਦੇ ਵਿੱਚ ਇਦਾਂ ਕੰਮ ਚੱਲ ਰਿਹਾ, ਇਹ ਨਾਲੇ ਪੁੰਨ ਨਾਲੇ ਫਲੀਆਂ, ਨਾਲੇ ਮਜ਼ਦੂਰੀ ਮਿਲੇਗੀ, ਨਾਲੇ ਗੁਰੂ ਘਰ ਦੀ ਸੇਵਾ ਹੈ, ਇਹ ਦੋਵੇਂ ਲਾਭ ਪ੍ਰਾਪਤ ਹੋਣਗੇ। ਇਹ ਸੋਚ ਕੇ ਬਹੁਤ ਸਾਰੇ ਕਾਮੇ ਜਿਹੜੇ ਲੋਕ ਨੇ ਉਹ ਪਿੰਡਾਂ ਨਗਰਾਂ ਵਿੱਚੋਂ ਇਕੱਠੇ ਹੋ ਕੇ ਆ ਰਹੇ ਨੇ। ਬਿਧੀ ਚੰਦ ਕਹਿ ਸਭਨ ਲਗਾਈ। ਬਾਬਾ ਬਿਧੀ ਚੰਦ ਸਾਹਿਬ ਜੀ ਦੀ ਜ਼ਿੰਮੇਵਾਰੀ ਹੈ, ਜਿੰਨੇ ਲੋਕ ਆਉਂਦੇ ਆ ਉਹਨਾਂ ਦਾ ਨਾਂ ਲਿਖਣਾ ਵੀ ਇੰਨੇ ਦਿਹਾੜੀਦਾਰ ਅੱਜ ਲੱਗੇ ਆ, ਇੰਨੀਆਂ ਦਿਹਾੜੀਆਂ ਇਹਦੀਆਂ ਲੱਗ ਗਈਆਂ ਨੇ, ਇੰਨੇ ਦਿਨ ਆ ਮਜ਼ਦੂਰ ਦੇ ਲੱਗੇ ਆ, ਇਹਨਾਂ ਦਾ ਇੰਨੇ ਪੈਸੇ ਬਣਦੇ ਆ। ਉਹ ਪੂਰਾ ਹਿਸਾਬ ਕਿਤਾਬ ਬਾਬਾ ਬਿਧੀ ਚੰਦ ਸਾਹਿਬ ਜੀ ਰੱਖਦੇ ਨੇ। ਤਿਸ ਦਿਨ ਕੇਤਕ ਹੋਇਸ ਤਿਆਰ। ਕਹਿੰਦੇ ਦੂਜੇ ਦਿਨ ਵੀ ਵਾਹਵਾ ਕਿਲਾ ਉਸਰ ਗਿਆ, ਆਲੇ ਦੁਆਲੇ ਵਾਹਵਾ ਕੰਧ ਉਸਰ ਗਈ। ਸੰਧਿਆ ਲਗ ਭਈ ਸ਼ੀਘਰ ਸੋਕਾਰ। ਕਹਿੰਦੇ ਸ਼ਾਮ ਤਾਈਂ ਤਾਂ ਵਾਹਵਾ ਕੰਮ ਜਿਹੜਾ ਸੀ ਉਹ ਨਿਬੇੜ ਦਿੱਤਾ। ਭਰੀ ਨਿਸਾ ਤੇ ਸਭ ਪਰ ਸੋਏ। ਰਾਤ ਹੋਈ ਤੇ ਸਾਰੇ ਸੌਂ ਗਏ ਆਪੋ ਆਪਣੇ ਆਸਣਾਂ ਤੇ। ਜਾਗੇ ਬਹਰ ਪ੍ਰਾਤ ਕੋ ਜੋਏ। ਅਗਲੇ ਦਿਨ ਫਿਰ ਸਾਰੇ ਉੱਠੇ, ਤਿਆਰ ਬਰ ਤਿਆਰ ਹੋਏ। ਹੋਣ ਲੱਗਿਓ ਤੈਸੇ ਤਬ ਕਾਜ। ਜਿਵੇਂ ਪਹਿਲੇ ਦਿਨ ਕੰਮ ਹੁੰਦਾ ਸੀ ਇਦਾਂ ਅਗਲੇ ਦਿਨ ਵੀ ਹੋਣ ਲੱਗ ਪਿਆ, ਉਸੇ ਤਰ੍ਹਾਂ ਉਸਾਰੀ ਹੋਣ ਲੱਗੀ। ਫੇਰਿਓ ਫਿਰ ਕਰ ਗੁਰ ਮਹਾਰਾਜ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਚਾਰੇ ਪਾਸੇ ਫਿਰ ਕੇ ਵੇਖਦੇ ਆ, ਕੰਮ ਦਾ ਮੁਆਇਨਾ ਕਰਦੇ ਆ ਵੀ ਕਿੰਨੀ ਕੁ ਕੰਧ ਦੀ ਉਸਾਰੀ ਹੋਈ ਹੈ। ਸਿਰੇ ਮੁਖ ਤੇ ਸਭ ਕੋ ਫਰਮਾਇਓ। ਮਹਾਰਾਜ ਜੀ ਨੇ ਹੁਕਮ ਕੀਤਾ, ਸਾਰੇ ਜਿੰਨੇ ਮਜ਼ਦੂਰ ਕਾਮੇ ਲੱਗੇ ਸੀ ਕਹਿਣ ਲੱਗੇ ਕਰਿਓ ਤਿਆਰ ਜਨ ਬੰਨਿਓ ਬਣਾਇਓ। ਮਹਾਰਾਜ ਜੀ ਕਹਿੰਦੇ ਸ਼ਾਬਾਸ਼ ਓ ਭਾਈ, ਸ਼ਾਬਾਸ਼ ਤੁਹਾਡੇ, ਤੁਸੀਂ ਬੜਾ ਸੋਹਣਾ ਕੰਮ ਖਿੱਚਿਆ, ਇਦਾਂ ਲੱਗਦਾ ਇਹਦਾ ਪਹਿਲਾਂ ਹੀ ਬਣਿਆ ਪਿਆ ਸੀ। ਕਹਿੰਦੇ ਬੜੀ ਛੇਤੀ ਨਾਲ ਉਸਾਰੀ ਕੀਤੀ ਹੈ, ਇਦਾਂ ਲੱਗਦਾ ਜਿਵੇਂ ਪਹਿਲਾਂ ਬਣਿਆ ਬਣਾਇਆ ਹੀ ਸੀ। ਹਾਂਜੀ, ਦਿਓ ਦਰਬ ਦੁਗਣੀ ਸੋ ਮਜ਼ਦੂਰੀ। ਮਹਾਰਾਜ ਜੀ ਕਹਿੰਦੇ ਬਿਧੀ ਚੰਦ ਸਾਹਿਬ ਇਹਨਾਂ ਸਾਰਿਆਂ ਨੂੰ ਦੁੱਗਣੀ ਮਜ਼ਦੂਰੀ ਦਿਓ, ਬੜਾ ਕੰਮ ਕੀਤਾ ਇਹਨਾਂ ਸਾਰਿਆਂ ਨੇ। ਜਿਹੜਾ ਕੰਮ ਕਈ ਦਿਨਾਂ 'ਚ ਹੋਣਾ ਸੀ ਇਹਨਾਂ ਨੇ 2 ਦਿਨਾਂ 'ਚ ਨਿਬੇੜਿਆ, ਇਹਨਾਂ ਨੂੰ ਮਜ਼ਦੂਰੀ ਦੁੱਗਣੀ ਦਿਓ। ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਹਾਂਜੀ। ਲੈ ਸਭ ਕਰਤ ਪ੍ਰੇਮ ਤੇ ਰੂਰੀ। ਤੇ ਸੁਣ ਕੇ ਸਾਰੇ ਮਜ਼ਦੂਰ ਸੇਵਾਦਾਰ ਜਿੰਨੇ ਸਨ ਬੜੇ ਖੁਸ਼ ਹੋਏ, ਉਹ ਅੱਗੇ ਨਾਲੋਂ ਵੀ ਪ੍ਰੀਤ ਨਾਲ ਚਾਅ ਨਾਲ ਸੇਵਾ ਕਰਨ ਲੱਗੇ। ਸਤਿਗੁਰ ਬੈਠੇ ਲਾਏ ਦੀਵਾਨ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਵਾਰੀ ਨੇਤਰ ਝਾੜੂ ਕਰ ਆਏ। ਨੇਤਰ ਝਾੜੂ ਕਹਿੰਦੇ ਆ ਵੀ ਸਾਰੇ ਪਾਸੇ ਨਿਗਾਹ ਵੇਖ ਕੇ ਮਾਰ ਕੇ ਵੇਖ ਲੈਣਾ ਵੀ ਕਿੱਥੇ ਕੀ ਕੰਮ ਹੋ ਰਿਹਾ, ਇਹਨੂੰ ਨੇਤਰ ਝਾੜੂ ਕਹਿੰਦੇ ਖਾਲਸੇ ਦੇ ਬੋਲੇ 'ਚ।
ਤੋ ਮਹਾਰਾਜ ਜੀ ਨੇਤਰ ਝਾੜੂ ਕਰ ਆਏ, ਵੇਖ ਆਏ, ਤੇ ਫਿਰ ਆ ਕੇ ਸਤਿਗੁਰੂ ਜੀ ਦੀਵਾਨ ਸਜਾ ਕੇ ਬੈਠ ਗਏ। ਨਿਕਟ ਸੁਭਟ ਗਨ ਜੇ ਸਾਵਧਾਨ। ਮਹਾਰਾਜ ਜੀ ਦੇ ਜਿਹੜੇ ਸੂਰਮੇ ਸਨ, ਤਿਆਰ ਬਰਤਿਆਰ ਸ਼ਸਤਰ ਧਾਰੀ ਯੋਧੇ, ਸਭ ਸਾਵਧਾਨ ਹੋ ਕੇ ਮਹਾਰਾਜ ਜੀ ਕੋਲ ਖੜੇ ਹਨ। ਜਾਮ ਦਿਵਸ ਜਬ ਚੜ ਕਰ ਆਇਓ। ਜਦੋਂ ਇੱਕ ਪਹਿਰ ਦਿਨ ਚੜ ਗਿਆ, ਪਹਿਲਾਂ ਸਵੇਰੇ ਪਾਤਸ਼ਾਹ ਜੀ ਗਏ ਸਨ, ਇੱਕ ਪਹਿਰ ਦਿਨ ਜਦੋਂ ਚੜ ਗਿਆ, ਘੇਰੜ ਦੇਖਿਓ ਲੀਨ ਬਨਾਇਓ। ਉਧਰ ਘੇਰੜ ਨੇ ਵੇਖਿਆ ਵੀ ਉਹਨੇ ਨਿਗਾਹ ਮਾਰੀ ਵੀ ਇਹ ਤਾਂ ਕਿੱਡੀ ਕਿੱਡੀ ਕੰਧ ਹੋ ਗਈ ਇੱਕ ਦਿਨ 'ਚ। ਉਹ ਬੜਾ ਹੈਰਾਨ ਹੋਇਆ ਵੇਖ ਕੇ, ਅਧਿਕ ਕ੍ਰੋਧ ਤੇ ਪੂਰਨ ਹੋਇਓ। ਤੇ ਪਹਿਲੇ ਦਿਨ ਨਾਲੋਂ ਦੂਜੇ ਦਿਨ ਜ਼ਿਆਦਾ ਗੁੱਸੇ ਨਾਲ ਭਰ ਗਿਆ, ਉਹਦੀ ਛਾਤੀ ਸੜਨ ਲੱਗੀ ਗੁੱਸੇ ਨਾਲ। ਗੁਰ ਈਰਖਾ ਦੁਖ ਹਿਰਦਾ ਪਰੋਇਓ। ਮਹਾਰਾਜ ਜੀ ਦੇ ਨਾਲ ਈਰਖਾ ਕਰਕੇ ਇਹਦਾ ਹਿਰਦਾ ਬੜਾ ਦੁਖੀ ਹੋ ਰਿਹਾ ਹੈ। ਸਤਿਗੁਰੂ ਜੀ ਦੇ ਨਾਲ ਦਵੈਸ਼ ਕਰਕੇ ਇਹਦਾ ਹਿਰਦਾ ਸੜ ਰਿਹਾ ਹੈ। ਮਹਾ ਪ੍ਰਤਾਪ ਦੀਪ ਸਮਝਾਨਾ। ਸਤਿਗੁਰੂ ਜੀ ਦਾ ਪ੍ਰਤਾਪ ਦੀਵੇ ਦੇ ਤੋਲੇ ਨੇ ਜਾਣਿਆ। ਜਿਵੇਂ ਮਹਾਰਾਜ ਜੀ ਦਾ ਪ੍ਰਤਾਪ ਹੈ, ਉਹਨੂੰ ਦੀਵੇ ਦੇ ਸਮਾਨ ਜਾਣਿਆ। ਪਰਬੇ ਚਹਿ ਪਤੰਗ ਸਮਾਨਾ। ਤੇ ਆਪ ਉਹਦੇ ਚ ਪਤੰਗਾ ਬਣ ਕੇ ਸੜ ਕੇ ਮਰਨਾ ਚਾਹੁੰਦਾ। ਜਿਵੇਂ ਦੀਵੇ ਦੀ ਲੋ ਵੇਖ ਕੇ ਪਤੰਗਾ ਜਾਂਦਾ ਨਾ ਕੋਲ ਤੇ ਸੜ ਜਾਂਦਾ, ਏਦਾਂ ਸਤਿਗੁਰਾਂ ਦਾ ਪ੍ਰਤਾਪ ਵੇਖ ਕੇ ਕੋਲ ਜਾਣਾ ਚਾਹੁੰਦਾ ਤੇ ਸੜ ਮਰਨਾ ਚਾਹੁੰਦਾ। ਮਹਾਰਾਜ ਜੀ ਦੇ ਪ੍ਰਤਾਪ ਤੋਂ ਲਾਭ ਨਹੀਂ ਲੈਣਾ ਚਾਹੁੰਦਾ, ਸਗੋਂ ਸਾਹਿਬ ਦੇ ਪ੍ਰਤਾਪ 'ਚ ਸੜ ਮਰਨਾ ਚਾਹੁੰਦਾ ਭਗਵਾਨ ਦਾਸ ਘੇਰੜ। ਸ਼ਾਹੋ ਜਹਾਂ ਬਲ ਤੇ ਗਰਬੰਤਾ। ਥੋੜੀ ਬਹੁਤੀ ਗੱਲਬਾਤ ਇਹਦੀ ਸੀਗੀ ਸਰਕਾਰੇ ਦਰਬਾਰੇ। ਸ਼ਾਹਜਹਾਨ ਬਾਦਸ਼ਾਹ ਦੇ ਬਲ ਕਰਕੇ ਇਹ ਬਹੁਤ ਜ਼ਿਆਦਾ ਹੰਕਾਰ ਵਿੱਚ ਸੀ। ਕਾਲ ਨਿਕਟ ਪਾ ਨਹੀਂ ਲਖੰਤਾ। ਇਹ ਨਹੀਂ ਜਾਣਦਾ ਵੀ ਮੌਤ ਮੇਰੇ ਨੇੜੇ ਆ ਗਈ ਹੈ, ਕਾਲ ਮੇਰੇ ਨੇੜੇ ਆ ਗਿਆ ਹੈ। ਵਿਨਾਸ਼ ਕਾਲੇ ਵਿਪਰੀਤ ਬੁੱਧੀ। ਜਦੋਂ ਕਿਸੇ ਦਾ ਕਾਲ ਆਉਂਦਾ, ਪਰਮੇਸ਼ਰ ਉਹਦੀ ਕਹਿੰਦੇ ਰੱਬ ਨਾ ਡਾਂਗੀ ਮਾਰਦਾ, ਮਤ ਦੇ ਕੁਵੱਲੀ। ਰੱਬ ਡਾਂਗ ਨਾਲ ਥੋੜੀ ਮਾਰਦਾ, ਰੱਬ ਕੁਵੱਲੀ ਮਤ ਦੇ ਦਿੰਦਾ, ਡਾਂਗਾ ਆਪੇ ਚੁੱਕ ਲੈਂਦੇ ਆ ਲੋਕ। ਤੋ ਕੁਵੱਲੀ ਮੱਤ ਆ ਗਈ, ਭੈੜੀ ਖੋਟੀ ਮੱਤ ਆ ਗਈ ਘੇਰੜ ਦੇ ਅੰਦਰ। ਆਇਓ ਚੱਲ ਕਰ ਸ੍ਰੀ ਗੁਰ ਔਰੀ। ਬੜੀ ਅੱਗ ਦੇ ਵਿੱਚ ਸੜਿਆ, ਅੱਗ ਭੰਬੂੜਾ ਹੋਇਆ, ਈਰਖਾ ਨਾਲ ਦਵੈਸ਼ ਨਾਲ ਹਿਰਦਾ ਸੜੀ ਜਾਂਦਾ, ਕ੍ਰਿੱਜੀ ਜਾਂਦਾ, ਲਾਲ ਸੁਰਖ ਹੋਇਆ, ਭੌਹਾਂ ਚੜੀਆਂ ਹੋਈਆਂ, ਕਚੀਚੀਆਂ ਵੱਟਦਾ ਹੋਇਆ ਇਹ ਘੇਰੜ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਆਇਆ। ਥੂਲ ਭਾਗ ਸਿਰ ਹਾਥ ਸਟੋਰੀ। ਮੋਟੀ ਜੀ ਵੱਡੀ ਜੀ ਪੱਗ ਬੰਨੀ, ਢਿੱਲੀ ਜੀ ਸਿਰ ਤੇ, ਹੱਥ ਵਿੱਚ ਸੋਟੀ ਫੜੀ ਹੋਈ, ਢਿੱਲੀ ਜੀ ਧੋਤੀ ਬੱਧੀ ਹੋਈ ਹੈ। ਮਹਾ ਮੂੜ ਕੁਟਿਆਰ ਕੁਪੱਤਾ। ਮਹਾ ਕੂੜ ਕੁਟਿਆਰ। ਕੁਟਿਆਰ ਦਾ ਮਤਲਬ ਕੂੜ ਦਾ ਆਸਰਾ ਲੈਣ ਵਾਲਾ, ਕੁਪੱਤਾ ਹੈ, ਬੜਾ ਟੇਢੀ ਪੱਤ ਵਾਲਾ ਹੈ। ਚਾਹਤ ਨਿਕਟ ਜੈਬੇ ਚਵਗੱਤਾ। ਔਰ ਚਾਹੁੰਦਾ ਚਵਗੱਤੇ ਦੇ ਨੇੜੇ ਜਾਣਾ। ਚਵਗੱਤਾ ਕਹਿੰਦੇ ਆ ਬਾਦਸ਼ਾਹ ਸ਼ਾਹਜਹਾਨ ਨੂੰ। ਜਿਹੜੀ ਬਾਬਰ ਦੀ ਮਾਂ ਸੀ ਨਾ, ਉਹ ਚਗੱਤਿਆਂ ਦੀ ਲੜਕੀ ਸੀ, ਉਹਨਾਂ ਦਾ ਚਗੱਤਾ ਗੋਤ ਸੀ। ਤੋ ਉਸ ਚਵਗੱਤਿਆਂ ਦੀ ਗੋਤ ਚੋਂ ਆਉਣ ਕਰਕੇ ਇਹਨਾਂ ਨੂੰ ਚਵਗੱਤਾ ਕਿਹਾ ਜਾਂਦਾ ਸੀ। ਜਿਹੜੇ ਬਾਬਰ ਦੇ ਅੱਗੋਂ ਪੁੱਤ ਪੋਤਰੇ ਪੜਪੋਤਰੇ ਚਵਗੱਤੇ ਹੀ ਕਹਾਉਂਦੇ ਸੀ। ਇਹ ਚਵਗੱਤੇ ਕੋਲ ਜਾਣਾ ਚਾਹੁੰਦਾ, ਸ਼ਾਹਜਹਾਨ ਕੋਲ। ਇਸ ਕੋ ਆਜ ਡਰਾਓ ਬਿਸਾਲਾ। ਕਹਿੰਦਾ ਅੱਜ ਡਰਾ ਕੇ ਆਵਾਂਗਾ ਪੂਰਾ ਗੁਰੂ ਹਰਗੋਬਿੰਦ ਸਾਹਿਬ ਨੂੰ, ਅੱਜ ਪੂਰਾ ਡਰਾ ਦਿਆਂਗਾ ਇਹਨਾਂ ਨੂੰ, ਏਦਾਂ ਦਾ ਵਰਤਾਰਾ ਕਰਾਂਗਾ। ਜੇ ਸੁਣ ਕਰ ਜਾਵਹਿ ਕਰ ਟਾਲਾ। ਜੇ ਸੁਣ ਕੇ ਟਾਲਾ ਕਰਕੇ ਟੁਰ ਜਾਣ ਇੱਥੋਂ, ਇਹ ਜਗ੍ਹਾ ਖਾਲੀ ਕਰ ਜਾਣ। ਨਾਹੇ ਤਾਂ ਲਸ਼ਕਰ ਕੋ ਲੈ ਆਉ। ਤੇ ਚੰਗਾ, ਤੇ ਜੇ ਨਾ ਗਏ ਤੇ ਫਿਰ ਮੈਂ ਬਾਦਸ਼ਾਹ ਕੋਲ ਜਾ ਕੇ ਉਹਦਾ ਲਸ਼ਕਰ ਚੜਾ ਕੇ ਲਿਆਵਾਂਗਾ, ਉਹਦੀਆਂ ਫੌਜਾਂ ਲੈ ਕੇ ਆਵਾਂਗਾ। ਪਰ ਤਰ ਰੋਕਨ ਫਲ ਦਿਖਰਾਉ। ਮੈਂ ਵਿਖਾਵਾਂਗਾ ਇਹਨਾਂ ਨੂੰ ਫਲ ਕਿ ਕਿਵੇਂ ਕਿਸੇ ਬਗਾਨੀ ਜਗ੍ਹਾ ਨੂੰ ਜਾ ਕੇ ਰੋਕੀਦਾ, ਕਿਵੇਂ ਕਿਸੇ ਬਗਾਨੀ ਥਾਂ ਤੇ ਕਬਜ਼ਾ ਕਰੀਦਾ। ਗਹਿਓ ਜਾਏ ਕਾ ਮਾਰਿਓ ਜਾਈ। ਕਹਿੰਦੇ ਜਾਂ ਤਾਂ ਫੜੇ ਜਾਣਗੇ ਜਾਂ ਫਿਰ ਮਾਰੇ ਜਾਣਗੇ। ਆਗੇ ਰਹਿਓ ਸ਼ਾਹੋ ਰਿਸ ਪਾਈ। ਬਾਦਸ਼ਾਹ ਪਹਿਲਾਂ ਹੀ ਬੜਾ ਗੁੱਸੇ ਆ ਇਹਨਾਂ ਤੋਂ, ਬਸ ਮੇਰੀ ਤਾਂ ਜਾਣ ਦੀ ਦੇਰੀ ਆ। ਬਾਦਸ਼ਾਹ ਨੇ ਅੱਗ ਭੰਬੂੜਾ ਹੋ ਜਾਣਾ, ਉਹਨੇ ਆਪਣੀਆਂ ਫੌਜਾਂ ਤੋਪਾਂ ਰਹਿਕਲੇ ਉਸੇ ਵੇਲੇ ਭੇਜ ਦੇਣੇ ਨੇ। ਇਮ ਚਿਤ ਮਹਿ ਚਿਤ ਵਤ ਚਲ ਆਇਓ। ਏਦਾਂ ਆਪਣੇ ਚਿੱਤ ਚ ਚਿਤਵਦਾ, ਬੜੇ ਹੰਕਾਰ ਵਿੱਚ, ਹੈਂਕੜ ਵਿੱਚ, ਕ੍ਰੋਧ ਵਿੱਚ ਚੱਲ ਕੇ ਘੇਰੜ ਆਇਆ। ਜਹਾਂ ਬੈਠ ਗੁਰਦੇਵ ਸੁਹਾਇਓ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀਵਾਨ 'ਚ ਬੈਠੇ ਸੀ। ਸੰਗਤ ਨੂੰ, ਯੋਧਿਆਂ ਨੂੰ, ਸੂਰਬੀਰਾਂ ਨੂੰ, ਬਹਾਦਰਾਂ ਨੂੰ, ਯੋਧਿਆਂ ਨੂੰ ਦਰਸ਼ਨ ਦੇ ਰਹੇ ਸੀ। ਬੋਲਿਓ ਮੂਰਖ ਨਮੋ ਨ ਕੀਨੀ। ਇਹ ਆਇਆ, ਇਹਨੇ ਮੱਥਾ ਨਹੀਂ ਟੇਕਿਆ ਸਤਿਗੁਰਾਂ ਨੂੰ।
ਆਉਂਦੇ ਹੀ ਬੋਲਣ ਲੱਗ ਪਿਆ, ਗੁੱਸੇ ਵਿੱਚ ਆਇਆ, ਬੜੇ ਕ੍ਰੋਧ ਵਿੱਚ, ਤੇ ਬੋਲ ਕਬੋਲ ਬੋਲਣ ਲੱਗ ਪਿਆ। ਜਾਤ ਮਾਨ ਰਿਸ ਮਹਿ ਮਤ ਭੀਨੀ। ਆਪਣੀ ਜਾਤੀ ਦਾ ਵੀ ਮਾਣ ਸੀ ਇਹਨੂੰ ਕਿ ਮੈਂ ਵੀ ਖੱਤਰੀਆਂ ਦੇ ਟੱਬਰਾਂ 'ਚ ਜੰਮਿਆ, ਗੁਰੂ ਸਾਹਿਬ ਵੀ ਖੱਤਰੀ ਸੋਢੀ ਨੇ, ਤੇ ਇਹਨੂੰ ਆਪਣੀ ਜਾਤੀ ਦਾ ਵੀ ਬੜਾ ਅਭਿਮਾਨ ਹੈ, ਤੇ ਉਸ ਅਭਿਮਾਨ 'ਚ ਬੋਲਿਆ। ਨਹੀਂ ਟਰਿਓ ਕਰਬੇ ਉਤਪਾਤ। ਕਹਿਣ ਲੱਗਾ ਵੀ ਗੁਰੂ ਜੀ ਟਲੇ ਨਹੀਂ ਤੁਸੀਂ। ਇਹਨੇ ਟਲੇ ਸ਼ਬਦ ਨਹੀਂ ਵਰਤਿਆ, ਇਹਨੇ ਕਿਹਾ ਟਲਿਆ ਨਹੀਂ ਤੂੰ, ਇਹ ਬੋਲੀ ਬੋਲਿਆ। ਕਹਿਣ ਲੱਗਾ ਟਲਿਆ ਨਹੀਂ ਤੁਸੀਂ, ਟਲੇ ਨਹੀਂ ਤੁਸੀਂ, ਉਤਪਾਤ ਕਰਨ ਤੋਂ ਬਾਅਦ ਨਹੀਂ ਆਏ ਤੁਸੀਂ। ਤੁਹਾਨੂੰ ਮੈਂ ਕੱਲ ਵੀ ਕਹਿ ਕੇ ਗਿਆ, ਪਰਸੋਂ ਵੀ ਕਹਿ ਕੇ ਗਿਆ, ਆਲੇ ਵੀ ਤੁਸੀਂ ਬਾਅਦ ਨਹੀਂ ਆਉਂਦੇ। ਸਮਝਿਓ ਭਲੀ ਨਾ ਆਪਣੀ ਬਾਤ। ਤੁਸੀਂ ਆਪਣੀ ਭਲੇ ਦੀ ਗੱਲ ਸਮਝੀ ਨਹੀਂ। ਮੈਂ ਤੁਹਾਨੂੰ ਬਥੇਰਾ ਸਮਝਾਇਆ ਕਿ ਤੁਹਾਡੇ ਭਲੇ ਦੀ ਗੱਲ ਕਹੀ ਸੀ, ਪਰ ਤੁਹਾਨੂੰ ਆਪਣੇ ਭਲੇ ਦੀ ਗੱਲ ਚੰਗੀ ਨਹੀਂ ਲੱਗੀ। ਕਰਨ ਬੁਰਾ ਨਿਜ ਕੋ ਕਿਮ ਚਾਹਤ। ਤੁਸੀਂ ਆਪਣਾ ਬੁਰਾ ਕਿਉਂ ਕਰਨਾ ਚਾਹੁੰਦੇ ਹੋ? ਕਿਉਂ ਆਪਣੇ ਹੱਥੀਂ ਆਪਣਾ ਬੁਰਾ ਕਰਦੇ ਹੋ? ਸਰਪ ਸ਼ੇਰ ਕੋ ਗਹਿਨ ਉਮਾਹਤ। ਹਾਂਜੀ, ਸਰਪ ਸ਼ੇਰ ਕੋ ਗਹਿਨ ਉਮਾਹਤ। ਉਹ ਗੱਲ ਹੈ ਵੀ ਤੁਸੀਂ ਜਾਂ ਸੱਪ ਨੂੰ ਹੱਥ ਪਾਣਾ ਚਾਹੁੰਦੇ ਹੋ ਜਾਂ ਸ਼ੇਰ ਦੇ ਮੂੰਹ ਵਿੱਚ ਪੈਣਾ ਚਾਹੁੰਦੇ ਹੋ। ਕਿਉਂ ਚਾਹਤ ਨਿਜ ਪ੍ਰਾਨ ਨਹਾਨਾ। ਕਿਉਂ ਆਪਣੇ ਪ੍ਰਾਣ ਗਵਾਉਣਾ ਚਾਹੁੰਦੇ ਹੋ? ਗੁਰੂ ਜੀ ਇਦਾਂ ਕਰੋਗੇ ਤੇ ਤੁਹਾਡੇ ਪ੍ਰਾਣ ਨਹੀਂ ਰਹਿਣੇ ਤੁਹਾਡੇ ਤਨ ਵਿੱਚ, ਤੁਹਾਡੇ ਸਰੀਰ ਵਿੱਚ। ਮਮ ਜੀਵਤ ਕਿਮ ਬਸ ਹੈ ਸਥਾਨਾ। ਮੇਰੇ ਜਿਉਂਦਿਆਂ ਜੀ ਇੱਥੇ ਕਿਵੇਂ ਵਸ ਸਕਦਾ ਨਗਰ? ਮੇਰੇ ਜਿਉਂਦਿਆਂ ਜੀ ਨਹੀਂ ਵਸ ਸਕਦਾ ਇੱਥੇ ਤੁਹਾਡਾ ਨਗਰ ਜਿਹੜਾ ਤੁਸੀਂ ਵਸਾਣਾ ਹੈ। ਸ਼ਾਹ ਜਹਾਂ ਕੋ ਸਮਝਤ ਨਾਹੀ। ਤੁਸੀਂ ਬਾਦਸ਼ਾਹ ਨੂੰ ਜਾਣਦੇ ਹੋ ਕਿ ਨਹੀਂ ਜਾਣਦੇ? ਸ਼ਾਹਜਹਾਨ ਨੂੰ ਜਾਣਦੇ ਹੋ, ਸਮਝਦੇ ਹੋ ਕਿ ਨਹੀਂ ਸਮਝਦੇ? ਨਾਹਕ ਮਰਹਿ ਕੈਦ ਕੇ ਮਾਹੀ। ਮੈਨੂੰ ਲੱਗਦਾ ਵੀ ਤੁਸੀਂ ਨਾਹਕ ਬਿਨਾਂ ਕਾਰਨ ਤੋਂ ਹੀ ਕੈਦ 'ਚ ਮਰਨਾ ਚਾਹੁੰਦੇ ਹੋ। ਤੁਸੀਂ ਕੈਦ ਹੋ ਕੇ ਮਰਨਾ ਚਾਹੁੰਦੇ। ਅੱਗੇ ਤਾਂ ਆ ਗਏ ਸੀ ਜਹਾਂਗੀਰ ਵੇਲੇ ਛੁੱਟ ਕੇ, ਪਰ ਜਿਹੜੀਆਂ ਆਦਤਾਂ ਹੁਣ ਨੇ ਤੁਹਾਡੀਆਂ, ਹੁਣ ਇਹੋ ਜਿਹੇ ਕੈਦ 'ਚ ਪਾਓਗੇ, ਛੁੱਟੋਗੇ ਨਹੀਂ ਸਾਰੀ ਜ਼ਿੰਦਗੀ, ਤੇ ਕੈਦ ਵਿੱਚ ਪੈ ਕੇ ਮਰਨਾ ਚਾਹੁੰਦੇ ਹੋ। ਸ੍ਰੀ ਹਰਿ ਗੋਬਿੰਦ ਸੁਨਤ ਬਖਾਨਾ। ਜਦੋਂ ਘੇਰੜ ਬੋਲਿਆ ਨਾ ਏਦਾਂ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਅੱਗੋਂ ਬੋਲੇ, ਮਰਿਓ ਚਹਿਤ ਕਿਉ ਮੂੜ ਮਹਾਨਾ। ਮਹਾਰਾਜ ਜੀ ਕਹਿੰਦੇ ਹੋ ਮੂਰਖਾ, ਕਿਉਂ ਮਰਨਾ ਚਾਹੁੰਦਾ? ਕਿਉਂ ਮੌਤ ਨੂੰ ਆਵਾਜ਼ਾਂ ਮਾਰਨਾ? ਆਪ ਆਪਣੇ ਹੱਥੀਂ ਵੀ ਆ ਮੌਤੇ ਮੈਨੂੰ ਮਾਰ। ਏਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ। ਘੇਰੜ ਕੱਲ ਵੀ ਤੈਨੂੰ ਪ੍ਰੇਮ ਨਾਲ ਸਮਝਾਇਆ, ਅੱਜ ਵੀ ਕਹਿੰਦੇ ਆ, ਕਿਉਂ ਆਪਣੀ ਮੌਤ ਨੂੰ ਸੇੜਦਾ? ਕਿਉਂ ਆਪ ਆਪਣੀ ਮੌਤ ਨੂੰ ਆਵਾਜ਼ਾਂ ਮਾਰਦਾ? ਸ਼ਾਹ ਜਹਾਂ ਰਹਿ ਹੈ ਕਿਸ ਥਾਈ। ਸ਼ਾਹਜਹਾਨ ਦਾ ਪਤਾ ਨਹੀਂ ਕਿਹੜੀ ਜਗ੍ਹਾ ਤੇ ਹੋਵੇਗਾ ਇਸ ਵੇਲੇ, ਉਹ ਕਿੱਥੇ ਰਹੇਗਾ। ਮਾਰਿਓ ਮਰਹਿ ਕੂਰ ਬਿਨ ਆਈ। ਤੇ ਤੂੰ ਬਿਨਾਂ ਆਈ ਇੱਥੇ ਮਰ ਜਾਣਾ ਉਹਦੇ ਭਰੋਸੇ। ਉਹਨੂੰ ਪਤਾ ਵੀ ਨਹੀਂ ਹੋਣਾ ਵੀ ਘੇਰੜ ਮਾਰਿਆ ਗਿਆ। ਉਹਨੂੰ ਸ਼ਾਇਦ ਤੇਰਾ ਇਹ ਵੀ ਨਾ ਪਤਾ ਹੋਵੇ ਵੀ ਤੇਰੇ ਨਾਂ ਦਾ ਕੋਈ ਬੰਦਾ ਹੈ ਵੀ ਇਹ ਧਰਤੀ ਤੇ, ਜਿਹਦੇ ਭਰੋਸੇ ਤੇ ਤੂੰ ਇੰਨਾ ਜ਼ਿਆਦਾ ਡਾਵਾ ਹੰਕਾਰ ਦੇ ਵਿੱਚ ਆਫਰਿਆ ਫਿਰਦਾ। ਉਹ ਬਾਦਸ਼ਾਹ ਦਾ ਕਿਤੇ ਰਿਹਾ, ਤੂੰ ਇੱਥੇ ਨਾ ਮਾਰਿਆ ਜਾਈ ਸਾਡੇ ਕੋਲੋਂ। ਪ੍ਰਾਨ ਉਬਾਰ ਦ੍ਰਿਸ਼ਟ ਤੇ ਟਰੋ। ਤੇ ਜਾ ਜੇ ਆਪਣੇ ਪ੍ਰਾਣ ਭਲੇ ਚਾਹੁੰਦਾ ਤੇ ਸਾਡੀਆਂ ਅੱਖਾਂ ਤੋਂ ਓਹਲੇ ਹੋ ਜਾ ਘੇਰੜ। ਜੇ ਤੂੰ ਚਾਹੁੰਦਾ ਤੇਰੀ ਜ਼ਿੰਦਗੀ ਤੇਰੇ ਸਰੀਰ ਵਿੱਚ ਰਹੇ, ਤੇਰੇ ਸਰੀਰ ਦਾ ਜਿਹੜੀ ਜੀਵ ਆਤਮਾ ਹੈ, ਇਹ ਪੰਛੀ ਤੇਰੇ ਸਰੀਰ 'ਚ ਵਸਦਾ ਰਹੇ, ਨਾ ਛੱਡ ਕੇ ਜਾਵੇ ਤੇਰੇ ਸਰੀਰ ਨੂੰ, ਤੇ ਜਾ ਸਾਡੀਆਂ ਅੱਖਾਂ ਤੋਂ ਓਹਲੇ ਹੋ ਜਾ, ਪਾਸੇ ਹੋ ਜਾ। ਨਹਿ ਆਵਨ ਇਤ ਕੋ ਕਬ ਕਰੋ। ਤੇ ਹੁਣ ਦੁਬਾਰਾ ਨਾ ਆਈ ਇੱਧਰ ਸਾਡੇ ਵੱਲੇ। ਅੱਜ ਆ ਗਿਆ, ਤੈਨੂੰ ਤੋੜ ਦਿੰਨੇ ਆ, ਚਲਾ ਜਾ, ਤੇ ਮੁੜ ਕੇ ਨਾ ਆਈ ਸਾਡੇ ਵੱਲੇ ਜੇ ਤੂੰ ਆਪਣੀ ਜ਼ਿੰਦਗੀ ਚਾਹੁੰਦਾ। ਸ਼ਾਹੋ ਭਰੋਸੇ ਮਹਿ ਮਰ ਜੈ ਹੈ। ਕਿਤੇ ਬਾਦਸ਼ਾਹ ਦੇ ਭਰੋਸੇ ਨਾ ਮਾਰਿਆ ਜਾਈ ਇੱਥੇ। ਬਾਦਸ਼ਾਹ ਤੇ ਭਰੋਸਾ ਕਰਕੇ ਨਾ ਇੱਥੇ ਆਪਣੀ ਮੌਤ ਨੂੰ ਸੇੜ ਲਵੇਂ। ਹਮ ਨਹਿ ਡਰ ਹੈ ਤੁਰਕ ਬਦ ਕਹਿ ਹੈ। ਤੇ ਰਹੀ ਗੱਲ ਬਾਦਸ਼ਾਹ ਦਾ ਭੈ ਦੇਣ ਦੀ, ਸਾਨੂੰ ਅਸੀਂ ਨਹੀਂ ਡਰਦੇ ਉਹਦੇ ਤੋਂ। ਉਹ ਜਿੰਨੀ ਮਰਜ਼ੀ ਫੌਜ ਲੈਵੇ, ਆਪ ਆ ਜਾਏ, ਸਭ ਨੂੰ ਮਾਰ ਕੇ ਮਿੱਟੀ 'ਚ ਗਰਕ ਕਰਨ ਦੀ ਅਸੀਂ ਸਮਰੱਥਾ ਰੱਖਦੇ ਹਾਂ। ਹਾਂਜੀ, ਸੁਨ ਘੇਰੜ ਕਰ ਕ੍ਰੋਧ ਬਖਾਨਤ। ਸੁਣ ਕੇ ਅੱਗੋਂ ਘੇਰੜ ਬੜਾ ਗੁੱਸੇ ਵਿੱਚ ਕ੍ਰੋਧ 'ਚ ਬੋਲਿਆ, ਅਜਹੋ ਨਾ ਸ਼ਾਹੋ ਜਹਾਂ ਕੋ ਜਾਣਤ। ਕਹਿਣ ਲੱਗਾ ਹਾਲੇ ਵੀ ਤੁਸੀਂ ਸ਼ਾਹਜਹਾਨ ਨੂੰ ਜਾਣਦੇ ਨਹੀਂ? ਤੁਹਾਨੂੰ ਪਤਾ ਨਹੀਂ ਸ਼ਾਹਜਹਾਨ ਕੌਣ ਹੈ? ਜਿਸ ਤੇ ਆਦੀ ਰਾਤ ਪਲਾਇਓ। ਜਿਹਦੇ ਕੋਲੋਂ ਡਰ ਕੇ ਅੱਧੀ ਰਾਤ ਤੁਸੀਂ ਨਗਰ ਛੱਡ ਕੇ ਦੌੜੇ ਹੋ, ਭੱਜ ਕੇ ਆਏ ਹੋ। ਸਗਰੋ ਵਿਆਹ ਸਮਾਜ ਲੁਟਾਇਓ। ਧੀ ਦੇ ਵਿਆਹ ਦਾ ਸਾਰਾ ਸਮਾਨ ਲੁਟਾ ਲਿਆ ਆਪਣਾ। ਧੀ ਦੇ ਵਿਆਹ ਦੇ ਵਿੱਚ ਕਿੱਡਾ ਵੱਡਾ ਫਤੂਰ ਪਵਾਇਆ।
ਨੀਠ ਨੀਠ ਕਿਉ ਹੂੰ ਬਚ ਰਹਿਓ। ਤੇ ਪਤਾ ਨਹੀਂ ਆਪ ਕਿਵੇਂ ਸਹਿਜੇ ਸਹਿਜੇ ਉੱਥੋਂ ਬਚ ਕੇ ਆ ਗਏ ਇੱਥੇ, ਕਿਵੇਂ ਇੱਥੇ ਬਚ ਕੇ ਮੇਰੇ ਕੋਲ ਪਹੁੰਚ ਗਏ। ਅੰਧਕਾਰੀ ਮਹਿ ਕਿਨਹੁ ਨਾ ਲਹਿਓ। ਹਨੇਰੇ 'ਚ ਪਤਾ ਨਹੀਂ ਲੱਗਾ ਹੋਣਾ ਨਾ ਉੱਥੋਂ ਨਿਕਲ ਆਇਓ। ਜੇ ਹਨੇਰਾ ਨਾ ਹੁੰਦਾ ਤੇ ਤੁਸੀਂ ਕਾਬੂ ਆ ਜਾਣਾ ਸੀ ਉੱਥੇ। ਹਨੇਰੇ 'ਚ ਉੱਥੋਂ ਨਿਕਲ ਆਇਓ ਤਾਂ ਬਚ ਗਏ ਕਿਸੇ ਤਰੀਕੇ। ਸੁਦਾ ਸਰੋਵਰ ਸਦਨ ਛਿਨਾਏ। ਅੰਮ੍ਰਿਤਸਰ ਸ਼ਹਿਰ ਛੁਡਾ ਲਿਆ, ਆਪਣਾ ਘਰ ਆਪਣਾ ਛੁਡਾ ਲਿਆ, ਉਹ ਵੀ ਛੱਡ ਕੇ ਆਉਣਾ ਪਿਆ ਤੁਹਾਨੂੰ। ਕਿਤਕ ਸਿੱਖ ਬਪੁਰੇ ਮਰਵਾਏ। ਪਤਾ ਨਹੀਂ ਆਪਣੇ ਵਿਚਾਰੇ ਕਿੰਨੇ ਕੁ ਸਿੱਖ ਵੀ ਉੱਥੇ ਮਰਵਾ ਦਿੱਤੇ। ਅਜਹੁ ਨਾ ਸਮਝਤ ਪਾ ਅਸਹਾਲ। ਇਹੋ ਜਿਹਾ ਹਾਲ ਹੋ ਗਿਆ, ਰੜੇ ਤੇ ਆ ਕੇ ਬਹਿ ਗਏ। ਹਾਲੇ ਨਹੀਂ ਸਮਝਦੇ ਤੁਸੀਂ ਇਸ ਗੱਲ ਨੂੰ? ਹਾਲੇ ਵੀ ਤੁਹਾਨੂੰ ਨਹੀਂ ਪਤਾ ਵੀ ਬਾਦਸ਼ਾਹ ਕੌਣ ਹੈ। ਕਰਤ ਫਿਰਤ ਉਤਪਾਤ ਵਿਸਾਲ। ਤੇ ਹਾਲੇ ਵੀ ਆ ਕੇ ਉਤਪਾਤ ਕਰਦੇ ਫਿਰਦੇ ਹੋ, ਉਪਦਰਵ ਕਰਦੇ ਫਿਰਦੇ ਹੋ, ਆਪਣੀਆਂ ਆਦਤਾਂ ਤੋਂ ਬਾਅਦ ਨਹੀਂ ਆਉਂਦੇ। ਅਬ ਕੈ ਸ਼ਾਹੋ ਨਾ ਛੋੜੈ ਤੋਹੀ। ਹਾਂ, ਇਸ ਵਾਰੀ ਜੇ ਬਾਦਸ਼ਾਹ ਆ ਗਿਆ ਉਹਨੇ ਛੱਡਣਾ ਨਹੀਂਗਾ। ਪਹਿਲਾਂ ਜਿਵੇਂ ਕਿਵੇਂ ਤੁਸੀਂ ਨਿਕਲ ਆਏ ਉੱਥੋਂ ਆ ਗਏ, ਪਤਾ ਨਹੀਂ ਕਿਹੜੇ ਤਰੀਕੇ ਬਚ ਗਏ, ਮੈਨੂੰ ਤਾਂ ਪਤਾ ਨਹੀਂ ਇਸ ਗੱਲ ਦਾ। ਹਨੇਰੇ 'ਚ ਆ ਗਏ ਹੋਵੋਗੇ, ਪਰ ਹੁਣ ਜੇ ਬਾਦਸ਼ਾਹ ਨੇ ਪਕੜ ਲਿਆ ਤੇ ਹੁਣ ਨਹੀਂ ਉਹਨੇ ਛੱਡਣਾ। ਪਹੁੰਚਨ ਦੇਹੋ ਨਿਕਟ ਅਬ ਮੋਹੀ। ਬਸ ਮੈਨੂੰ ਹੁਣ ਜਾਣ ਦਿਓ ਬਾਦਸ਼ਾਹ ਕੋਲ। ਜਿਵੇਂ ਗੋਲੀ ਜਾਂਦੀ ਆ ਨਾ ਬੰਦੂਕ 'ਚੋਂ, ਏਦਾਂ ਜਾਵਾਂਗਾ ਬਾਦਸ਼ਾਹ ਦੇ ਕੋਲ। ਸੁਨ ਸਤਿਗੁਰ ਬੋਹਰੋ ਸਮਝਾਵੇ। ਬਸ ਮੇਰੇ ਜਾਣ ਦੀ ਦੇਰੀ ਆ ਤੇ ਉਹਨੇ ਤੁਹਾਨੂੰ ਫੜ ਲੈਣਾ ਆ ਕੇ। ਸੁਣ ਕੇ ਫਿਰ ਅੱਗੋਂ ਗੁਰੂ ਹਰਗੋਬਿੰਦ ਸਾਹਿਬ ਇਹਨੂੰ ਸਮਝਾਉਂਦੇ। ਹਮ ਤੋ ਸਮਝ ਰਹੇ ਜਿਮ ਭਾਵੈ। ਮਹਾਰਾਜ ਜੀ ਕਹਿੰਦੇ, ਘੇਰੜ ਅਸੀਂ ਤਾਂ ਜਿਵੇਂ ਪਰਮੇਸ਼ਰ ਨੂੰ ਪਾਉਂਦਾ ਉਦਾਂ ਸਮਝੇ ਹੋਏ ਆ, ਸਾਨੂੰ ਹੋਰ ਸਮਝਣ ਦੀ ਲੋੜ ਨਹੀਂ। ਕਹਿੰਦੇ ਸਾਨੂੰ ਤਾਂ ਅਕਾਲ ਪੁਰਖ ਦੇ ਹੁਕਮ ਦੀ ਸਮਝ ਆ ਗਈ ਹੈ। ਸ਼ਾਹ ਜਹਾਂ ਸੰਗ ਮੇਰੋ ਝਗੜਾ। ਸ਼ਾਹ ਜਹਾਨ ਬਾਦਸ਼ਾਹ ਦੇ ਨਾਲ ਸਾਡਾ ਝਗੜਾ ਹੈ, ਇਹ ਤੈਨੂੰ ਪਤਾ ਹੈ। ਸ਼ਾਹੋ ਲਖ ਹੈ ਕੈਸੋ ਹਮ ਸਗਰਾ। ਉਹ ਬਾਦਸ਼ਾਹ ਜਾਣੇ ਤੇ ਅਸੀਂ ਜਾਣੀਏ। ਜੇ ਬਾਦਸ਼ਾਹ ਨਾਲ ਸਾਡਾ ਝਗੜਾ ਸ਼ਾਹਜਹਾਨ ਨਾਲ, ਉਹ ਸ਼ਾਹਜਹਾਨ ਜਾਣੇ ਜਾਂ ਅਸੀਂ ਜਾਣੀਏ। ਤੂੰ ਕਿਮ ਕਲਪਤ ਮੂੜ ਗਵਾਰ। ਮੂਰਖਾ ਗਵਾਰਾ, ਤੂੰ ਕਿਹੜੀ ਗੱਲੇ ਕਲਪਦਾ? ਨਗਰ ਛੱਡਿਆ ਅਸੀਂ ਆਪਣਾ ਛੱਡਿਆ, ਘਰ ਛੱਡਿਆ ਅਸੀਂ ਆਪਣਾ ਛੱਡਿਆ, ਜੰਗ ਲੜਿਆ ਅਸੀਂ ਲੜਿਆ। ਇਹ ਕੰਮ ਬਾਦਸ਼ਾਹ ਜਾਣੇ ਜਾਂ ਅਸੀਂ ਜਾਣੀਏ। ਤੂੰ ਕਿਹੜੀ ਗੱਲੇ ਕਲਪਦਾ ਫਿਰਦਾ? ਤੇਰਾ ਕੀ ਗਿਆ ਵਿੱਚ? ਤੂੰ ਕਿਹੜੀ ਗੱਲ ਕਰਕੇ ਏਦਾਂ ਕ੍ਰਿਜਦਾ ਫਿਰਦਾ? ਇਨ ਬਾਤਨ ਕੀ ਕਿਆ ਤੁਝ ਸਾਰ। ਤੈਨੂੰ ਇਹਨਾਂ ਗੱਲਾਂ ਦੀ ਕੀ ਸਾਰ? ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਤੂੰ ਕੀ ਜਾਣੇ ਇਹ ਜਿਹੜੀਆਂ ਗੱਲਾਂ ਅਸੀਂ ਪੇ ਵਰਤਾ ਰਹੇ ਆ, ਇਹਨਾਂ ਦੀ ਸਾਰ ਦਾ ਤੈਨੂੰ ਕੀ ਪਤਾ? ਛੇਵੇਂ ਪਾਤਸ਼ਾਹ ਰਮਜ ਦੀ ਗੱਲ ਕਰ ਰਹੇ ਆ, ਇਹ ਜੰਗ ਲੜ ਰਹੇ ਆ, ਇਹਦੇ ਪਿੱਛੇ ਰਮਜ ਹੈ, ਕਾਰਨ ਹੈ, ਯੁੱਧ ਲੜ ਰਹੇ ਆ। ਇਹਦੀ ਤੈਨੂੰ ਕੀ ਸਾਰ? ਤੂੰ ਕੀ ਜਾਣੇ ਕਾਇਰਾ ਗੀਦੀਆ, ਜੰਗ ਯੁੱਧ ਵਿੱਚ ਲੜਨ ਦੀ ਸਾਰ ਕੀ ਹੁੰਦੀ ਹੈ? ਛਿਮਾ ਧਰੀ ਅਬ ਲੋ ਤਵ ਉਪਰ। ਹਾਲੇ ਤੱਕ ਅਸੀਂ ਤੇਰੇ ਤੇ ਛਿਮਾ ਕੀਤੀ ਹੋਈ ਹੈ। ਹਾਲੇ ਤੱਕ ਅਸੀਂ ਤੈਨੂੰ ਮਾਫ ਕਰ ਰਹੇ ਹਾਂ, ਤੇਰੀਆਂ ਸਾਰੀਆਂ ਗੱਲਾਂ, ਤੇਰੇ ਸਾਰੇ ਬੋਲ ਕਬੋਲ ਸੁਣ ਕੇ ਬਰਦਾਸ਼ਤ ਕਰ ਰਹੇ ਹਾਂ। ਨਾਹੇ ਤਾਂ ਮਰਹਿ ਪਰ ਹੈ ਖਲ ਭੂਪਰ। ਨਹੀਂ ਤਾਂ ਮੂਰਖਾ ਇੰਨੀ ਦੇਰ ਤਾਈਂ ਤਾਂ ਹੁਣ ਤੱਕ ਤਾਂ ਤੂੰ ਧਰਤੀ ਤੇ ਮਿੱਟੀ 'ਚ ਗਰਕ ਹੋ ਕੇ ਪਿਆ ਹੋਣਾ ਸੀ। ਹੁਣ ਤੱਕ ਤਾਂ ਤੇਰੀ ਇਹ ਮੋਟੀ ਜੀ ਦੇਹ ਜ਼ਮੀਨ ਤੇ ਪਈ ਹੋਣੀ ਸੀ ਡਿੱਗ ਕੇ। ਮੁਖ ਕੋ ਰੋਕ ਨ ਬੋਲ ਕਠੋਰਾ। ਆਪਣੇ ਮੂੰਹ ਨੂੰ ਰੋਕ ਲੈ, ਜ਼ੁਬਾਨ ਨੂੰ ਰੋਕ ਲੈ, ਹੁਣ ਨਾ ਬੋਲੀ ਕਠੋਰ, ਹੁਣ ਨਾ ਕੋਈ ਕਬੋਲ ਕਹੀਂ। ਅਤ ਆਈ ਅਪਦਾ ਅਬ ਘੋਰਾ। ਜੇ ਹੁਣ ਬੋਲਿਆ ਨਾ, ਪਾਤਸ਼ਾਹ ਕਹਿੰਦੇ ਸਮਝ ਲੈ ਤੇਰੇ ਤੇ ਆਪਦਾ ਆ ਗਈ। ਫਿਰ ਉਹ ਆਪਦਾ ਰੋਕੜੀ ਨਹੀਂ ਜਾਣੀ ਤੇਰੇ ਕੋਲੋਂ। ਜੇ ਹੁਣ ਤੂੰ ਬੋਲਿਆ ਕੋਈ ਕਬੋਲ ਤੇ ਤੇਰੀ ਆਪਦਾ ਤੇਰੇ ਤੇ ਆ ਗਈ। ਕੋਏ ਨਾ ਹੋਏ ਹਿਮਾਇਤ ਤੇਰੀ। ਕਿਸੇ ਨੇ ਤੇਰੀ ਹਮਾਇਤ ਨਹੀਂ ਕਰਨੀ, ਨਾ ਨੇੜੇ ਤੇੜੇ ਦੇ ਕਿਸੇ ਪਿੰਡ ਵਾਲੇ ਨੇ, ਨਾ ਬਾਦਸ਼ਾਹ ਨੇ, ਨਾ ਬਾਦਸ਼ਾਹ ਦੇ ਕਿਸੇ ਅਹਿਲਕਾਰ ਨੇ। ਕਿਸੇ ਨੇ ਤੇਰੀ ਹਮਾਇਤ ਨਹੀਂ ਕਰਨ ਆਉਣਾ। ਮਰ ਜੈ ਹੈ ਮੂਰਖ ਬਿਨ ਡੇਰੀ। ਤੇ ਬਿਨਾਂ ਦੇਰੀ ਤੋਂ ਮੂਰਖਾ ਮਾਰਿਆ ਜਾਏਗਾ, ਪ੍ਰਾਣ ਆਪਣੇ ਗਵਾ ਲਵੇਗਾ। ਜੇ ਪੀਛੇ ਵੱਡ ਹੋਏ ਲੜਾਈ। ਤੇ ਜੇ ਤੇਰੇ ਮਰਨ ਤੋਂ ਬਾਅਦ ਲੜਾਈ ਹੋਈ ਵੀ ਪਿੱਛੋਂ, ਮਹਾਰਾਜ ਜੀ ਕਹਿੰਦੇ ਜੇ ਤੂੰ ਮਰ ਗਿਆ, ਤੇਰੇ ਮਰਨ ਤੋਂ ਬਾਅਦ ਜੇ ਜੰਗ ਵੀ ਹੋਇਆ, ਬਾਦਸ਼ਾਹ ਦੀਆਂ ਫੌਜਾਂ ਵੀ ਆ ਗਈਆਂ, ਜੇ ਲੜਾਈ ਹੋ ਵੀ ਗਈ,
ਤੋਹੇ ਕਹਾਂ ਨਹਿ ਪ੍ਰਾਨਨ ਪਾਈ। ਪਰ ਤੈਨੂੰ ਉਹਦਾ ਫਿਰ ਕੀ ਲਾਭ ਹੋਵੇਗਾ, ਕਿਉਂਕਿ ਤੇਰੇ ਦਾ ਪ੍ਰਾਣ ਥੋੜੀ ਪੈ ਜਾਣਗੇ ਤੇਰੇ ਸਰੀਰ 'ਚ ਮੁੜ ਕੇ, ਤੂੰ ਜਿਉਂਦਾ ਥੋੜੀ ਹੋ ਜਾਏਗਾ, ਤੂੰ ਤਾਂ ਮਰ ਮੁੱਕ ਜਾਣਾ ਉਹਨੇ ਨੂੰ। ਜੇ ਤੇਰੇ ਪਿੱਛੋਂ ਲੜਾਈ ਹੋ ਵੀ ਗਈ, ਜੰਗ ਹੋ ਵੀ ਗਿਆ, ਉਹਦਾ ਤੈਨੂੰ ਕੀ ਲਾਭ, ਤੂੰ ਤਾਂ ਪਹਿਲਾਂ ਹੀ ਮਾਰਿਆ ਜਾਣਾ। ਪਰੀ ਰਹਿ ਭੂਮੀ ਸਭ ਇਹਾਂ। ਤੇ ਆ ਜਿਹੜੀ ਜ਼ਮੀਨ ਹੈ ਜਿਹਦੀ ਤੂੰ ਕਹਿਣਾ ਮੇਰੀ ਮੇਰੀ, ਹਾਲਾਂਕਿ ਤੇਰੀ ਹੈ ਨਹੀਂ, ਤੇ ਇਹ ਧਰਤੀ ਇੱਥੇ ਹੀ ਪਈ ਰਹਿ ਜਾਣੀ ਹੈ। ਗਏ ਤਿਆਗ ਸੇ ਗਿਨੀ ਇਹ ਕਹਾਂ। ਦੱਸ ਤੇਰੇ ਤੋਂ ਪਹਿਲਾਂ ਕਿੰਨੇ ਕੁ ਹੋਏ ਹੋਣਗੇ ਧਰਤੀ ਦੇ ਮਾਲਕ, ਕਿੰਨੇ ਕੁ ਹੋਣਗੇ ਜਿਹੜੇ ਸਾਰਾ ਕੁਝ ਛੱਡ ਕੇ ਤਿਆਗ ਕੇ ਚਲੇ ਗਏ। ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਾਏ ਹੈ। ਕਿੱਡੇ ਕਿੱਡੇ ਰਾਜੇ ਰਾਣੇ ਜਿਹੜੇ ਕਹਿੰਦੇ ਅਸੀਂ ਇਹ ਧਰਤੀ ਦੇ ਮਾਲਕ ਆ, ਕਿੰਨੇ ਕੁ ਹੋ ਕੇ ਚਲੇ ਗਏ। ਤੋਵ ਛੇਤ ਤੋਵ ਟਿਕ ਰਹਿ ਸਦਾਮੂ। ਨਾਲੇ ਘੇਰੜ ਇਹ ਜਗ੍ਹਾ ਤੇਰੇ ਕੋਲ ਹੀ ਰਹਿਣੀ ਹੈ। ਪਾਤਸ਼ਾਹ ਇੱਥੇ ਪੱਕੀ ਮਲਕੀਅਤ ਨਹੀਂ ਸੀ, ਉਹ ਤਾਂ ਨਗਰ ਵਸਾ ਰਹੇ ਸੀ, ਵਸਾ ਕੇ ਘੇਰੜ ਨੂੰ ਹੀ ਦੇ ਦੇਣਾ ਸੀ ਵੀ ਲੈ ਸਾਂਭ ਲੈ। ਤਿਆਗੀ ਸਤਿਗੁਰੂ ਪਰਉਪਕਾਰੀ ਉਹਦਾ ਜੀਵਾਂ ਦੇ ਭਲੇ ਲਈ ਕਰ ਰਹੇ ਸੀ ਉੱਥੇ, ਵੀ ਕਿਲਾ ਉਸਰ ਜਾਏਗਾ, ਸੋਹਣਾ ਨਗਰ ਵਸ ਜਾਏਗਾ, ਖਾਲੀ ਉਜਾੜ ਜਗ੍ਹਾ ਪਈ ਹੈ, ਬੀਆਬਾਨ, ਪਾਤਸ਼ਾਹ ਦਾ ਪਰਉਪਕਾਰ ਕਰ ਰਹੇ ਸੀ। ਇਹ ਮਹਾਰਾਜ ਜੀ ਕਹਿੰਦੇ ਤੇਰੀ ਜਗ੍ਹਾ ਤੇਰੇ ਕੋਲ ਹੀ ਰਹਿਣੀ ਹੈ, ਅਸੀਂ ਤਾਂ ਚਲੇ ਜਾਣਾ। ਕਰਹਿ ਕਿਤਕ ਦਿਨ ਹਮ ਬਿਸਰਾਮੂ। ਅਸੀਂ ਜੇ ਰਹਿਣਾ ਵੀ ਇੱਥੇ ਕੁਝ ਕੁ ਦਿਨ, ਆ ਬਰਸਾਤਾਂ ਦੇ ਦਿਨ ਕੱਟਣੇ ਨੇ ਤੇ ਚਲੇ ਜਾਣਾ। ਰਾਖ ਮਾਲਕੀ ਆਪਨ ਸਦਾ। ਤੂੰ ਆਪਣੀ ਮਲਕੀਅਤ ਰੱਖਣੀਆਂ ਰੱਖ ਸਦਾ, ਜਿੰਨਾ ਚਿਰ ਹੈਗਾ ਸਰੀਰ ਵਿੱਚ ਰਹਿ ਇਹਦਾ ਮਾਲਕ ਬਣ ਕੇ। ਅਸੀਂ ਇਹਦੇ ਮਾਲਕ ਬਣਨ ਨਹੀਂ ਆਏ। ਹੋਏ ਆਗਵਨ ਹਮਰੋ ਕਦਾ। ਅਸੀਂ ਤਾਂ ਫਿਰ ਖਬਰੇ ਕਦੋਂ ਆਵਾਂਗੇ ਕਿ ਨਾ ਆਵਾਂਗੇ। ਇੱਥੇ ਹੁਣ ਕੁਝ ਕੁ ਸਮਾਂ ਚਮਾਸੇ ਦੇ ਮਹੀਨੇ ਦੇ ਅਸੀਂ ਕੱਟਣੇ ਆ, ਨਗਰ ਵਸ ਜਾਏਗਾ, ਮੁੜ ਕੇ ਆਪੇ ਤੂੰ ਮਾਲਕ ਬਣਿਆ ਰਹੀਂ, ਮੁੜ ਕੇ ਖਬਰੇ ਅਸੀਂ ਆਵਣਾ ਕਿ ਨਹੀਂ ਆਉਣਾ। ਜੋ ਨਿਜ ਭਲਾ ਚਾਹੈ ਕਰ ਟਾਰਾ। ਇਸ ਕਰਕੇ ਘੇਰੜ ਜੇ ਤੂੰ ਆਪਣਾ ਭਲਾ ਚਾਹੁੰਨਾ ਤੇ ਇਸ ਗੱਲ ਤੋਂ ਟਾਲਾ ਵੱਟ ਕੇ ਚਲਾ ਜਾ। ਬੈਠ ਜਾਹਾਂ ਨਿਜ ਸਦਨ ਮਝਾਰਾ। ਜਾ ਘਰ ਜਾ ਕੇ ਆਰਾਮ ਦੇ ਨਾਲ ਬੈਠ, ਆਪਣੇ ਆਨੰਦ ਦੇ ਵਿੱਚ ਰਹਿ। ਕਬ ਲੋ ਛਿਮਾ ਤਰਹਿ ਹਮ ਐਸੇ। ਤੇਰੀਆਂ ਗੱਲਾਂ ਸੁਣ ਸੁਣ ਕੇ ਜਿਹੜੇ ਤੂੰ ਕਬੂਲ ਪਿਆ ਬੋਲਦਾ, ਕਿੰਨਾ ਕੁ ਚਿਰ ਮਾਫ ਕਰਾਂਗੇ ਅਸੀਂ, ਕਿੰਨਾ ਕੁ ਚਿਰ ਤੈਨੂੰ ਛਿਮਾ ਕਰਾਂਗੇ। ਚੰਦਨ ਸੀਤਲ ਹੋਵਤ ਜੈਸੇ। ਚੰਦਨ ਠੰਡਾ ਹੁੰਦਾ ਨਾ, ਚੰਦਨ ਦੀ ਲੱਕੜ ਬੜੀ ਠੰਡੀ ਹੁੰਦੀ ਹੈ, ਤਦੇ ਕਈ ਮਹਾਂਪੁਰਖ ਚੰਦਨ ਘਸ ਕੇ ਮੱਥੇ ਤੇ ਲਾਉਂਦੇ ਵੀ ਮੱਥਾ ਠੰਡਾ ਰਵੇ। ਕਹਿੰਦੇ ਚੰਦਨ ਠੰਡਾ ਹੁੰਦਾ, ਚੰਦਨ ਦੀ ਲੱਕੜ ਠੰਡੀ ਹੁੰਦੀ ਹੈ। ਜੇ ਕਰ ਤਿਸਹਿ ਕਸਾਏ ਕਨੇਰੇ। ਪਰ ਜੇ ਕੋਈ ਚੰਦਨ ਨੂੰ ਵੀ ਰਗੜੀ ਜਾਏ ਚੰਦਨ ਦੀ ਲੱਕੜ ਨੂੰ, ਉਪਜਹਿ ਅਗਨੀ ਵਧਹਿ ਵਧੇਰੇ। ਅਖੀਰ ਨੂੰ ਉਹ ਠੰਡੀ ਚੰਦਨ ਦੀ ਲੱਕੜ ਵਿੱਚੋਂ ਵੀ ਅੱਗ ਪੈਦਾ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਆਖਰ ਚੰਦਨ ਠੰਡਾ ਹੁੰਦਾ, ਪਰ ਜੇ ਕੋਈ ਚੰਦਨ ਨੂੰ ਵੀ ਰਗੜੀ ਜਾਏ ਅੱਗ ਤਾਂ ਨਿਕਲੇਗੀ ਉਹਦੇ ਚੋਂ ਵੀ। ਕਹਿੰਦੇ ਤੂੰ ਬੋਲੀ ਜਾਣਾ, ਅਸੀਂ ਕੱਲ ਦੇ ਸੁਣੀ ਜਾਂਦੇ ਆ ਤੇ ਤੈਨੂੰ ਮਾਫ ਕਰੀ ਜਾਂਦੇ, ਆਖਰਕਾਰ ਕਿੰਨਾ ਕੁ ਚਿਰ ਸੁਣਾਂਗੇ। ਆਖਰਕਾਰ ਚੰਦਨ ਵੀ ਰਗੜਿਆ, ਚੰਦਨ ਚੋਂ ਅੱਗ ਨਿਕਲ ਆਉਂਦੀ ਹੈ। ਇਸ ਕਰਕੇ ਅੱਗ ਨਿਕਲੇ ਉਹਦੇ ਤੋਂ ਪਹਿਲਾਂ ਪਹਿਲਾਂ ਤੁਰ ਜਾ, ਕਿਉਂਕਿ ਜੇ ਇੱਥੇ ਅੱਗ ਪ੍ਰਚੰਡ ਹੋ ਗਈ ਤੂੰ ਨਾਲ ਹੀ ਸੜ ਕੇ ਸਵਾਹ ਹੋ ਜਾਣਾ। ਘੇਰੜ ਚਲਾ ਜਾ, ਹਲੇ ਵੀ ਘਰ ਚਲਾ ਜਾ। ਦਾਰਨ ਕੇ ਹਰ ਕੋ ਕਿਮ ਛੇਰੈ। ਕਿਉਂ ਕਿਸੇ ਬੱਬਰ ਸ਼ੇਰ ਨੂੰ, ਭਿਆਨਕ ਸ਼ੇਰ ਨੂੰ ਰਾਹ ਜਾਂਦੇ ਨੂੰ, ਜਿਹੜਾ ਤੁਰਿਆ ਜਾਂਦਾ ਹੋਵੇ ਤੇ ਉਹਨੂੰ ਆਵਾਜ਼ਾਂ ਮਾਰੇ ਪਿੱਛੋਂ ਖਿੱਚ ਧੂ ਕਰਕੇ, ਕਿਉਂ ਆਪਣੇ ਵੱਲ ਮੋੜਦਾ ਉਹਦਾ ਮੂੰਹ। ਜੇ ਜਾਂਦਾ ਕੋਈ ਲੰਘ ਜਾਣ ਦੇ, ਮਸਤੀ ਚਾਲ 'ਚ ਜਾ ਰਿਹਾ ਹੈ। ਹਤਨ ਹਾਰ ਗਜ ਰਾਜ ਵਡੇਰੈ। ਕਹਿੰਦੇ ਜੇ ਕੋਈ ਹਾਥੀ ਹੋਵੇ, ਉਹ ਸ਼ੇਰ, ਉਹ ਤਾਂ ਹਾਥੀਆਂ ਨੂੰ ਵੀ ਮਾਰਨ ਦੀ ਤਾਕਤ ਰੱਖਦਾ ਹੈ, ਤੇ ਉਹ ਤੁਰੇ ਜਾਂਦੇ ਸ਼ੇਰ ਨੂੰ ਜਾਣ ਬੁੱਝ ਕੇ ਕੋਈ ਛੇੜ ਕੇ ਆਪਣੇ ਵੱਲ ਉਹਦਾ ਧਿਆਨ ਕਰ ਲਵੇ। ਕਹਿੰਦੇ ਉਹ ਕੰਮ ਘੇਰੜ ਤੂੰ ਕਰ ਰਿਹਾ ਹੈ। ਕਿਆ ਤੂੰ ਅਹਿ ਕੁਰੰਗ ਮਨਿੰਦ। ਤੇ ਤੂੰ ਕੀ ਆ ਹਿਰਨ ਦੇ ਮਨਿੰਦ। ਹਿਰਨ ਭਲਾ ਸ਼ੇਰ ਨੂੰ ਵੰਗਾਰ ਕੇ ਆਪਣੇ ਵੱਲ ਕਰ ਲਵੇ ਤੇ ਕੀ ਬਚੂ ਉਹਦਾ। ਸ਼ੇਰ ਦਾ ਹਾਥੀ ਨਹੀਂ ਛੱਡਦਾ, ਉਹ ਤਾਂ ਹਾਥੀ ਨੂੰ ਚੀਰ ਕੇ ਸੁੱਟ ਦੇ, ਤੇ ਹਿਰਨ ਕੀ ਆ ਉਹਦੇ ਸਾਹਮਣੇ। ਤੇ ਘੇਰੜ ਤੂੰ ਹਿਰਨ ਦੇ ਮਨਿੰਦ ਆ, ਸ਼ੇਰਾਂ ਨਾਲ ਪੰਗੇ ਨਹੀਂ ਲਈਦੇ। ਚੁੱਪ ਕਰਕੇ ਪਾਸੇ ਜਾ ਹੋ ਕੇ ਆਪਣਾ ਦਿਨ ਕੱਟ ਲੈ। ਗਰਜਨ ਸੁਨਤ ਭਲਾਵਹਿ ਬ੍ਰਿੰਦ। ਕਿਉਂਕਿ ਸ਼ੇਰ ਦੀ ਤਾਂ ਗਰਜ ਹੀ ਕਾਫੀ ਹੁੰਦੀ ਹੈ। ਉਹਦੀ ਗਰਜ ਸੁਣ ਕੇ ਸੈਂਕੜੇ ਹਿਰਨਾਂ ਦੀਆਂ ਡਾਰਾਂ ਭੱਜ ਜਾਂਦੀਆਂ, ਨੱਠ ਜਾਂਦੀਆਂ ਨੇ। ਗਿਰਹਿ ਗਰਤ ਕਿਉਂ ਜਾਨ ਅਗਾਰੀ। ਕਿਉਂ ਜਾਣ ਬੁੱਝ ਕੇ ਅੱਗੇ ਖੂਹ ਦਿਸਦਾ ਤੇ ਵਿੱਚ ਛਾਲ ਮਾਰਦਾ। ਮਹਾਰਾਜ ਜੀ ਕਹਿੰਦੇ ਕਿ ਕਿਉਂ ਸਿਆਣਾ ਬਿਆਣਾ ਬਣ, ਅੱਗੇ ਖੂਹ ਦਿਸਦਾ ਹੋਵੇ ਤੇ ਜਾਣ ਕੇ ਉਹਦੇ 'ਚ ਛਾਲ ਮਾਰੇ ਤੇ ਤੇਰੀ ਮੂਰਖਤਾ।
ਤੂੰ ਉਹ ਕੰਮ ਪਿਆ ਕਰਦਾ, ਤੂੰ ਜਾਣ ਬੁੱਝ ਕੇ ਖੂਹ 'ਚ ਛਾਲ ਮਾਰਨਾ ਚਾਹੁੰਦਾ। ਜਹ ਤੇ ਕੋਇ ਨ ਸਕੈ ਉਬਾਰੀ। ਜਿਹੜੇ ਖੂਹ 'ਚ ਤੂੰ ਛਾਲ ਮਾਰੇਗਾ ਉੱਥੋਂ ਤੈਨੂੰ ਕਿਸੇ ਨੇ ਉਭਾਰਨਾ ਨਹੀਂ, ਫਿਰ ਕਿਸੇ ਨੇ ਬਚਾਉਣਾ ਨਹੀਂ ਹੈ, ਕਿਸੇ ਨੇ ਤੇਰੀ ਬਾਹ ਨਹੀਂ ਫੜਨੀ, ਕਿਸੇ ਤੇਰੀ ਰਾਖੀ ਨਹੀਂ ਕਰਨੀ। ਨਾ ਸ਼ਾਹਜਹਾਨ ਨੇ, ਨਾ ਸ਼ਾਹਜਹਾਨ ਦੇ ਕਿਸੇ ਵਜ਼ੀਰ ਨੇ, ਨਾ ਉਹਦੀਆਂ ਫੌਜਾਂ ਨੇ, ਨਾ ਉਹਦੇ ਸਿਪਾਹੀਆਂ ਨੇ, ਨਾ ਉਹਦੀਆਂ ਤੋਪਾਂ ਤੇ ਰੈਕਲਿਆਂ ਨੇ, ਕਿਸੇ ਨਹੀਂ ਬਚਾਉਣਾ ਫਿਰ ਤੈਨੂੰ। ਅਵਨੀ ਪਰੀ ਰਹਿ ਸਭ ਇਹਾ। ਇਹ ਧਰਤੀ ਸਾਰੀ ਇੱਥੇ ਹੀ ਧਰੀ ਧਰਾਈ ਰਹਿ ਜਾਣੀ ਹੈ, ਇੱਥੇ ਹੀ ਪਈ ਰਹਿ ਜਾਣੀ ਹੈ। ਤੂੰ ਖੋਜਿਓ ਪੀ ਪਾਏ ਨਾ ਕਹਾ। ਧਰਤੀ ਇੱਥੇ ਹੀ ਰਹਿਣੀ, ਤੂੰ ਲੱਭਣਾ ਹੀ ਕੋਈ ਨਹੀਂ ਇੱਥੇ। ਤੇਰਾ ਖੁਰਾ ਖੋਜ ਵੀ ਨਹੀਂ ਲੱਭਣਾ ਵੀ ਭਗਵਾਨ ਦਾਸ ਘੇਰੜ ਨਾਂ ਦਾ ਕੋਈ ਬੰਦਾ ਵੀ ਸੀਗਾ ਇੱਥੇ। ਤੂੰ ਤਾਂ ਦਿਸਣਾ ਤੱਕ ਵੀ ਨਹੀਂ ਇੱਥੇ, ਨਜ਼ਰ ਤੱਕ ਵੀ ਨਹੀਂ ਆਉਣਾ ਜਿਹੋ ਜੀਆਂ ਤੇਰੀਆਂ ਕਰਤੂਤਾਂ ਨੇ। ਜਿਸ ਕੋ ਬਲ ਰਾਖ ਹੈ ਮਤ ਮੰਦੇ। ਆ ਮਾੜੀ ਮੱਤ ਵਾਲਿਆ, ਜਿਹਦਾ ਤੂੰ ਬਲ ਕਰਕੇ ਹੰਕਾਰਿਆ ਫਿਰਦਾ ਵੀ ਬਾਦਸ਼ਾਹ ਦਾ ਮੈਨੂੰ ਬਲ ਹੈ, ਸੋ ਇਸ ਥਲ ਤੇ ਦੂਰ ਬਿਲੰਦੇ। ਉਹ ਇੱਥੋਂ ਬੜੀ ਦੂਰ ਬੈਠਾ, ਉਹ ਇੱਥੇ ਤੱਕ ਨਹੀਂ ਪਹੁੰਚਣਾ ਤੇਰੇ ਕੋਲ। ਜੇਕਰ ਸੋ ਪੀ ਆਨ ਬਚਾਵੇ। ਚਲੋ ਜੇ ਉਹ ਵੀ ਤੈਨੂੰ ਬਚਾਉਣਾ ਚਾਹੇਗਾ ਨਾ ਆ ਕੇ ਵੀ ਮੈਂ ਘੇਰੜ ਨੂੰ ਬਚਾ ਲਵਾਂ, ਤੋਹੇ ਸੰਗ ਹਮ ਤਿਸ ਕੋ ਕਾਵੇ। ਤੇਰੇ ਸਮੇਤ ਉਹਨੂੰ ਵੀ ਉੱਥੇ ਭੇਜਾਂਗੇ ਜਿੱਥੇ ਤੇਰੇ ਯਾਰ ਚੰਦੂ ਨੂੰ ਭੇਜਿਆ। ਸਤਿ ਸ੍ਰੀ ਅਕਾਲ। ਜਿਹਦੇ ਹੰਕਾਰ 'ਚ ਤੂੰ ਆਫਰਿਆ ਫਿਰਦਾ, ਉਹ ਹਾਲਾਤ ਬੈਠਾ ਬੜੀ ਦੂਰ ਹੈ ਉਹ। ਚਲੋ ਜੇ ਆ ਵੀ ਜਾਏ, ਕਹਿੰਦੇ ਤੇਰੇ ਸਮੇਤ ਹੀ ਤੈਨੂੰ ਉਹਦੇ ਨਾਲ ਹੀ ਤੋਰਾਂਗੇ, ਭੇਜਾਂਗੇ, ਮਿੱਟੀ 'ਚ ਗਰਕ ਕਰ ਦਿਆਂਗੇ। ਕਿਤ ਭੂਲਿਓ ਬੋਲਤ ਕੂੜਿਆਰੇ। ਉਹ ਕਿੱਥੇ ਭੁੱਲਿਆ ਫਿਰਦਾ ਘੇਰੜ, ਜਿਵੇਂ ਕੋਈ ਨਸ਼ਾ ਕਰਕੇ ਆਇਆ ਹੋਵੇ ਤੇ ਜੋ ਮੂੰਹ ਵਿੱਚ ਆਉਂਦਾ ਬੋਲੀ ਜਾਣਾ। ਹੁਣ ਸੰਭਲ ਕੇ ਬੋਲੀ। ਗਮਨੋ ਕਰ ਲਿਹੋ ਪ੍ਰਾਨ ਉਬਾਰੇ। ਚਲਾ ਜਾ ਘਰ ਵਾਪਸ ਜੇ ਤੈਨੂੰ ਆਪਣੇ ਪ੍ਰਾਣ ਪਿਆਰੇ ਨੇ, ਜੇ ਤੈਨੂੰ ਆਪਣੇ ਪ੍ਰਾਣ ਚਾਹੀਦੇ ਨੇ। ਕਲਗੀਧਰ ਪਾਤਸ਼ਾਹ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਕ ਪ੍ਰਸੰਗ ਲਿਖਿਆ ਦਸਮ ਗ੍ਰੰਥ ਸਾਹਿਬ 'ਚ। ਜਦੋਂ ਭਗਵਾਨ ਰਾਮਚੰਦਰ ਜੀ ਸੀਤਾ ਨੂੰ ਵਰਨ ਗਏ ਨਾ, ਤੇ ਇੱਕ ਧਨਕ ਸੀ, ਉਹ ਧਨਕ ਚੁੱਕਿਆ ਨਹੀਂ ਸੀ ਜਾਂਦਾ ਸਵੰਬਰ 'ਚ ਕਿਸੇ ਕੋਲ। ਭਗਵਾਨ ਜੀ ਨੇ ਉਹ ਧਨਕ ਚੁੱਕਿਆ, ਜਦੋਂ ਤੰਦੀ ਚਾੜੀ ਉਹਨੇ 4-5 ਟੁਕੜੇ ਕਰ ਦਿੱਤੇ, ਟੁੱਟ ਹੀ ਗਿਆ ਉਹ ਧਨਕ। ਉਹ ਧਨਕ ਸੀ ਭਗਵਾਨ ਸ਼ਿਵ ਜੀ ਦਾ, ਤੇ ਉਸ ਵੇਲੇ ਇੱਕ ਅਵਤਾਰ ਸੀ ਪਰਸ਼ੂਰਾਮ ਜੀ। ਉਹਨਾਂ ਨੂੰ ਪਤਾ ਲੱਗਾ ਵੀ ਰਾਮਚੰਦਰ ਨੇ ਮੇਰੇ ਭਗਵਾਨ ਦਾ ਧਨਕ ਤੋੜ ਦਿੱਤਾ। ਉਹ ਆਇਆ, ਪਰਸ਼ੂਰਾਮ ਨੂੰ ਬੜਾ ਹੰਕਾਰ ਸੀ ਵੀ ਮੈਂ 21 ਵਾਰੀ ਖੱਤਰੀ ਮਾਰੇ ਐ, ਤੇ ਹੁਣ ਇਹਨਾਂ ਨੂੰ ਵੀ ਮਾਰਾਂਗਾ ਜਿਨ੍ਹਾਂ ਨੇ ਮੇਰੇ ਭਗਵਾਨ ਦਾ ਧਨਕ ਤੋੜ ਦਿੱਤਾ। ਪਰਸ਼ੂਰਾਮ ਜੀ ਆ ਕੇ ਬੜੇ ਬੋਲ ਕਬੋਲ ਬੋਲੇ ਰਾਮਚੰਦਰ ਨੂੰ, ਕਹਿੰਦੇ ਤੂੰ ਜਾਣਦਾ ਨਹੀਂ ਮੈਨੂੰ, ਕਿ ਤੁਸੀਂ ਜਾਣਦੇ ਨਹੀਂ ਮੈਨੂੰ, ਮੈਂ 21 ਵਾਰੀ ਛਤਰੀ ਧਰਤੀ ਤੋਂ ਖਤਮ ਕੀਤੇ ਐ। ਜੰਮਦੇ ਸੀ ਮੈਂ ਫੇਰ ਵੱਡੇ ਹੁੰਦੇ ਸੀ ਮਾਰ ਦਿੰਦਾ ਸੀ, ਤੁਸੀਂ ਇਹ ਕਿਉਂ ਤੋੜਿਆ? ਭਗਵਾਨ ਜੀ ਨੇ ਕਿਹਾ ਭਾਈ ਅਸੀਂ ਤਾਂ ਤੰਦੀ ਚਾੜਦੇ ਸੀ, ਟੁੱਟ ਗਿਆ ਆਪਣੇ ਆਪ, ਜਾਣ ਬੁੱਝ ਕੇ ਥੋੜੀ ਤੋੜਿਆ, ਕਿਉਂਕਿ ਸਵੰਬਰ ਦੇ ਵਿੱਚ ਸ਼ਰਤ ਹੀ ਇਹ ਸੀ ਵੀ ਤੰਦੀ ਚਾੜਨੀ। ਪੰਡਤ ਜੀ ਤੁਸੀਂ ਗੁੱਸਾ ਨਾ ਕਰੋ, ਭਗਵਾਨ ਜੀ ਤਾਂ ਉਹਦਾ ਸਨਮਾਨ ਕਰਨ ਅੱਗੋਂ, ਉਹ ਹੋਰ ਸਿਰੇ ਚੜੀ ਜਾਏ। ਜਦੋਂ ਬਹੁਤਾ ਹੀ ਸਿਰੇ ਚੜ ਗਿਆ ਨਾ, ਤੇ ਫਿਰ ਭਗਵਾਨ ਰਾਮਚੰਦਰ ਜੀ ਨੇ ਵੀ ਅੱਗੋਂ ਜਵਾਬ ਦਿੱਤਾ। ਕਲਗੀਧਰ ਜੀ ਲਿਖਦੇ ਆ, ਕਹਿੰਦੇ ਜੇ ਤੱਕ ਬੈਨ ਕਹੇ ਸੋ ਕਹੇ। ਪੰਡਤ ਜੀ ਜਿੰਨੀਆਂ ਗੱਲਾਂ ਹੁਣ ਤਾਈਂ ਕਰ ਲੀਆਂ ਸੋ ਕਰ ਲੀਆਂ, ਜਿੰਨੇ ਬੋਲ ਬੋਲਣੇ ਸੀ ਕਹਿਣੇ ਸੀ ਹੁਣ ਤਾਈਂ ਕਹਿ ਲਏ। ਜੋ ਫੇਰ ਕਹੈ ਤੋ ਦਾਂਤ ਤੁਰੈ ਹੈ। ਜੇ ਹੁਣ ਬੋਲਿਆ ਨਾ ਤੇ ਦੰਦ ਤੜਾ ਕੇ ਜਾਏਗਾ ਵਾਪਸ। ਉੱਥੇ ਹੀ ਪਰਸ਼ੁਰਾਮ ਜੀ ਦੀ ਵੀ ਬੋਲੀ ਥੋੜੀ ਜਿਹੀ ਥੱਲੇ ਨੂੰ ਹੋ ਗਈ। ਕਹਿੰਦੇ ਨਹੀਂ ਜੀ ਮੈਂ ਤਾਂ ਗੱਲ ਕਰਦਾ ਸੀ ਵੀ ਕਿਉਂ ਤੋੜਿਆ। ਉਹੀ ਕਰਤੂਤ ਇੱਥੇ ਘੇਰੜ ਪਿਆ ਕਰੀ ਜਾਂਦਾ, ਬੋਲੀ ਜਾਂਦਾ, ਸਾਹਿਬ ਬਖਸ਼ੀ ਜਾਂਦੇ ਆ ਵੀ ਕੋਈ ਗੱਲ ਨਹੀਂ, ਜਾ ਚਲਾ ਜਾ। ਆਖਰਕਾਰ ਗੁਰਦੇਵ ਨੂੰ ਫਿਰ ਕਹਿਣਾ ਹੀ ਪਿਆ, ਕਹਿੰਦੇ ਜਾ ਹੁਣ ਜੇ ਜਾਨ ਚਾਹੀਦੀ ਆ ਤੇਰੇ ਤਨ 'ਚ ਤੈਨੂੰ ਘਰ ਤੁਰ ਜਾ, ਕਿਉਂਕਿ ਜੇ ਇੱਥੇ ਰਹਿ ਗਿਆ ਤੇ ਤੇਰੇ ਸਰੀਰ 'ਚੋਂ ਤੇਰੀ ਜਿੰਦ ਰੂਪੀ ਪਿੰਜਰੇ 'ਚੋਂ ਤੇਰੀ ਜਿੰਦ ਨੇ ਉੱਡ ਜਾਣਾ ਹੈ ਜੀ। ਇਮ ਸਤਿਗੁਰ ਸਮਝਾਵਤ ਸਿਆਣੇ। ਮਹਾਰਾਜ ਜੀ ਕਹਿੰਦੇ ਤੈਨੂੰ ਸਮਝਾਉਂਦੇ ਹਾਂ, ਛਿਮਾ ਧਰੀ ਹੋਏ ਨਾ ਕਿ ਮਹਾਨੇ। ਮਹਾਰਾਜ ਜੀ ਫਿਰ ਵੀ ਛਿਮਾ ਕਰੀ ਜਾਂਦੇ ਵੀ ਚਲੋ
ਚਲਾ ਜਾਏ ਪਾਤਸ਼ਾਹ ਟਾਲਾ ਕਰਦੇ ਨੇ। ਤਿਉ ਮੂੜ ਕੀ ਮ੍ਰਿਤ ਨਿਹਰਾਈ, ਪਰ ਮੂਰਖ ਦੀ ਮੌਤ ਆਈ ਸੀ ਨੇੜੇ, ਹੋਣੀ ਨੱਚਦੀ ਸੀ ਇਹਦੇ ਸਿਰ ਤੇ। ਨਹਿ ਸਮਝਿਓ ਮਤ ਦੇਵ ਭੁਲਾਈ, ਇਹ ਸਮਝਿਆ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖੇਡ ਨੂੰ, ਮਹਾਰਾਜ ਜੀ ਦੀ ਗੱਲ ਨੂੰ ਨਹੀਂ ਸਮਝਿਆ। ਬਾਰ-ਬਾਰ ਸਮਝਾਉਣ ਤੇ ਵੀ ਆਖਰਕਾਰ ਘੇਰੜ ਮਿਰਤੂ ਨੂੰ ਪ੍ਰਾਪਤ ਹੋ ਰਿਹਾ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦਾ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖੇਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮ, ਹੇ ਪੂਰਨ ਹੇ ਸਰਬ ਮੈਂ, हे संगी हे निरंकार, हे गोविंद हे गुण निधान, हे अपरंपर हर हरे, हे संतः कै सदा संग, हे ठाकुर हूँ दासरो, मैं निर्गुण गुण नहीं कोय, नानक दीजै नाम दान, राखो हियै परोय, आए प्रभ शरणागति, कृपा निध दयाल, एक अखर हर मन बस्त, नानक होत निहाल, वाहिगुरु नाम जहाज है, चढ़े सो उतरे पार, जो शरदा कर से बंदे, गुर पार उतारन हार, वाहिगुरु नाम जहाज है, चढ़े सो उतरे पार, जो शरदा कर से बंदे, गुर पार उतारन हार। वाहिगुरु जी का खालसा, वाहिगुरु जी की फतेह।